ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਪਹਿਲਾਂ ਤਾਂ ਆਪਾਂ ਸਵਾਗਤ ਕਰਦੇ ਹਾਂ ਭੱਟੀ ਸਾਹਿਬ ਦਾ। ਭੱਟੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਤੁਹਾਡੇ ਆਪਣੇ ਸ਼ੋਅ ਦੇ ਵਿੱਚ। ਮੇਰੇ ਵੱਲੋਂ ਆਪ ਜੀ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਕੀ ਹਾਲ ਚਾਲ? ਬੜੀ ਕਿਰਪਾ ਜੀ, ਬੜੀ ਕਿਰਪਾ ਹੋਣੀ ਚਾਹੀਦੀ ਹੈ ਜੀ। ਬਹੁਤ ਖੂਬਸੂਰਤ ਸ਼ਹਿਰ ਦੇ ਵਿੱਚ ਹੋ ਤੁਸੀਂ। ਬਿਲਕੁਲ गुरु की नगरी है। गुरु की नगरी। अपना काम बनता भाड़ में जाए जनता। बिल्कुल अपना काम बनता भाड़ में जाए जनता। ਮੈਨੂੰ ਬੜਾ ਦੁੱਖ ਲੱਗਾ ਜੀ ਭੱਟੀ ਸਾਹਿਬ, ਕਿ ਮੈਂ ਅੱਜ ਤੁਹਾਡੇ ਨਾਲ ਵਿਸ਼ੇਸ਼ ਤੌਰ ਤੇ ਮੈਂ ਸ਼ੋਅ ਤੋਂ ਪਹਿਲਾਂ ਮੈਂ ਅਨਾਉਂਸ ਕਰ ਚੁੱਕਿਆ ਸੀ ਸ਼ਾਇਦ ਅੱਜ ਮੈਂ ਗਰਮ ਹੋਵਾਂ ਇਸ ਗੱਲਬਾਤ ਨੂੰ ਲੈ ਕੇ, ਬਿਕਾਜ਼ ਜੋ ਅੱਤਵਾਦੀ ਲਫ਼ਜ਼ ਵਰਤਿਆ ਗਿਆ ਜੀ ਭਗਤ ਸਿੰਘ, ਰਾਜਗੁਰੂ, ਸੁਖਦੇਵ ਨੂੰ ਐਜ਼ ਅ ਹੋਲ, ਇਹਨੇ ਸੀਨੀਅਰ ਪੋਲੀਟੀਸ਼ੀਅਨ ਹੋਣ ਦੇ ਨਾਤੇ ਤੁਸੀਂ ਜਿੱਤ ਪ੍ਰਾਪਤ ਕੀਤੀ, ਬਹੁਮਤ ਦੇ ਨਾਲ ਬਹੁਤ ਸੋਹਣੀ ਜਿੱਤ ਪ੍ਰਾਪਤ ਕੀਤੀ। ਦੋ ਅਜਿਹੇ ਸ਼ਹੀਦ ਸਾਡੇ ਹੁਣ ਵਿਚਕਾਰ ਨਹੀਂ ਰਹੇ, ਦੀਪ ਸਿੱਧੂ ਅਤੇ ਸਿੱਧੂ ਮੂਸੇਵਾਲਾ। ਉਹਨਾਂ ਦੇ ਬੇਸ ਤੇ ਤੁਸੀਂ ਮੈਂ ਕਹਿ ਸਕਦਾ ਕਿ ਇਹ ਇਲੈਕਸ਼ਨ ਜਿੱਤੀ ਹੈ ਜੀ। ਐਂਡ ਹੁਣ ਜੋ ਜਿੱਤ ਚੁੱਕੇ ਹੋ ਤਾਂ ਤੁਹਾਨੂੰ ਆ ਬਿਆਨ ਦੇਣ ਦੀ ਕੀ ਲੋੜ ਪਈ? ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ ਜੀ। ਬਿਕਾਜ਼ ਪਹਿਲੀ ਗੱਲ ਤੇ ਮੈਂ ਇਹ ਦੱਸ ਦਿਆਂ ਵੀ ਸਰਦਾਰ ਸਿਮਰਨ ਸਿੰਘ ਮਾਨ ਨੇ ਇਹ ਬਿਆਨ ਕਹੀ। ਦੂਸਰੀ ਚੀਜ਼ ਮੈਂ ਇਹ ਦੱਸ ਦਿਆਂ ਵੀ ਜੇ ਉਹਨਾਂ ਨੇ ਬਿਆਨ ਦਿੱਤਾ ਤੇ ਉਹ ਉਹਨਾਂ ਦੀ ਆਪਣੀ ਵਿਚਾਰਧਾਰਾ, ਉਹਨਾਂ ਆਮ ਲੋਕਾਂ ਦਾ ਕੋਈ ਸੰਬੰਧ ਨਹੀਂ ਜੀ। ਤੁਹਾਨੂੰ ਪਤਾ ਹੋਏਗਾ ਜਦੋਂ ਬਕਾਇਦਾ ਤੌਰ ਤੇ ਇਹ ਚੰਡੀਗੜ੍ਹ ਦੀ ਏਅਰਪੋਰਟ, ਪਹਿਲੀ ਗੱਲ ਤੇ ਉਹਦਾ ਨਾਂ ਚੰਡੀਗੜ੍ਹ ਏਅਰਪੋਰਟ ਨਹੀਂ ਰੱਖਿਆ ਜਾ ਸਕਦਾ ਕਿਉਂਕਿ ਉਹ ਮੋਹਾਲੀ ਦੇ ਵਿੱਚ ਹੈ। ਬਿਲਕੁਲ। ਦੂਸਰੀ ਚੀਜ਼, ਜਦੋਂ ਉਹਦਾ ਨਾਂ ਇੱਕ ਸੁਜੈਸਟ ਕੀਤਾ ਗਿਆ ਸੀ ਕਿ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਰੱਖਿਆ ਜਾਵੇ ਤੇ ਉਦੋਂ ਪੰਗਾ ਪਾਇਆ ਸੀ ਬਕਾਇਦਾ ਤੌਰ ਤੇ ਹਰਿਆਣੇ ਦੀ ਮੰਗਲ ਸਿੰਘ ਸਾਡਾ RS ਦਾ ਵਰਕਰ, ਉਹਦਾ ਰੱਖਿਆ ਜਾਵੇ ਜੀ। ਮੰਗਲ ਸਿੰਘ ਨੂੰ ਕੌਣ ਜਾਣਦਾ? ਭਗਤ ਸਿੰਘ ਨੂੰ ਸਾਰੀ ਦੁਨੀਆ ਜਾਣਦੀ। ਉਸ ਟਾਈਮ ਦੇ ਵੀ ਮਾਨ ਸਾਹਿਬ ਨੇ ਕਹਿਤਾ ਸੀ ਬਿਲਕੁਲ ਅਸੀਂ ਸਹਿਮਤ ਨਹੀਂ ਕਿ ਨਾਲ ਮੈਂ ਜਿਹੜਾ ਭਗਤ ਸਿੰਘ ਸੀ ਇਹ ਅੱਤਵਾਦੀ ਸੀ, ਇਹਨੇ ਇੱਕ ਅੰਮ੍ਰਿਤਧਾਰੀ ਸਿੱਖ ਨੂੰ ਮਾਰਿਆ। ਲਓ ਜੀ, ਬਿਲਕੁਲ ਠੀਕ ਤੁਸੀਂ ਮਾਰ, ਕੋਈ ਸ਼ੱਕ ਕਰਕੇ ਨਹੀਂ ਮਾਰਿਆ। ਦੂਜਾ ਕਹਿੰਦੇ ਜੀ ਸਾਂਡਰਸ ਨੂੰ ਮਾਰਿਆ ਸੀ, ਮਾਰਨਗੇ ਸਕਾਟ ਤੇ ਮਾਰਤਾ ਸਾਂਡਰਸ ਭੁਲੇਖੇ ਦਾ, ਜਿਹਨੇ ਜੈ ਗੋਪਾਲ ਨੇ ਕਹਿਤਾ ਸੀ ਜੀ ਮੈਂ ਦੱਸੂਗਾ ਬੰਦਾ ਕਿਹੜਾ ਹੈਗਾ, ਤੇ ਉਹਨੂੰ ਆਪ ਨੂੰ ਨਹੀਂ ਪਤਾ ਜਿਹਦੇ ਕਰਕੇ ਬੰਦਾ ਮਾਰਿਆ ਗਿਆ। ਤੇ ਜਦੋਂ ਇਹ ਚੰਨਨ ਸਿੰਘ ਪਿੱਛੇ ਭੱਜਾ, ਉਹਨੇ ਭਗਤ ਸਿੰਘ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤੇ ਉਹਨੂੰ ਕਿਹਾ ਭਾਈ ਸਾਡੇ ਪਿੱਛੇ ਨਾ ਭਾਈ ਤੂੰ ਆਪਣਾ ਕੰਮ ਕਰਦਾ। ਨਾ ਬਿਲਕੁਲ ਨਹੀਂ, ਮੈਂ ਵਫਾਦਾਰ ਭਾਈ ਉਹਨਾਂ ਦਾ। ਜਦੋਂ ਫੜਨ ਦੀ ਕੋਸ਼ਿਸ਼ ਕੀਤੀ ਫਿਰ ਉਹਨੂੰ ਗੋਲੀ ਮਾਰੀ ਗਈ। ਅਦਰਵਾਈਜ਼ ਸ਼ਾਇਦ ਜੇ ਉਹ ਪਿੱਛੇ ਹਟ ਜਾਂਦਾ ਤੇ ਗੋਲੀ ਨਾ ਮਾਰਦੇ। ਬੇਸਿਕਲੀ ਮੈਂ ਤੁਹਾਨੂੰ ਇਹ ਦੱਸ ਦਿਆਂ, ਰਿਬੈਰੋ ਸਾਹਿਬ ਸਾਡੇ DGP ਹੁੰਦੇ, ਉਹ ਪਬਲਿਕ ਮੀਟਿੰਗ ਕਰਦੇ ਸੀ। ਪਬਲਿਕ ਮੀਟਿੰਗ ਦੇ ਵਿੱਚ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਜੀ ਫਲਾਣੇ ਚੌਂਕ ਦੇ ਵਿੱਚ ਅੱਤਵਾਦੀ ਆਏ, ਉਹਨਾਂ ਫਾਇਰਿੰਗ ਕੀਤੀ, ਤੁਹਾਡੇ ਦੋ ਸਿਪਾਹੀ ਲੱਭੇ ਹੀ ਨਹੀਂ ਉੱਥੇ। ਤੇ ਮੈਂ ਬਿਲਕੁਲ ਠੀਕ ਕੀਤਾ, ਬਿਲਕੁਲ ਠੀਕ ਕੀਤਾ। ਕਹਿੰਦਾ ਸਾਡੀ ਇੱਕ ਥਿਊਰੀ ਆ ਆਰਮੀ ਦੀ, ਜੇ ਸਾਡੀ ਸਪੈਸ਼ਲ ਫੋਰਸਿਸ ਦੀ, ਜਿਹੜੀ ਜਿੱਦ ਵਿੱਚ ਜਾ ਕੇ ਹਮਲਾ ਕਰਨਾ, ਜਿੰਨਾ ਚਿਰ ਸਾਡੀ ਉਹਦੇ ਨਾਲੋਂ ਫੋਰਸ 3 ਗੁਣਾ ਜ਼ਿਆਦਾ ਨਹੀਂ ਹੁੰਦੀ, ਅਸੀਂ ਹਮਲਾ ਨਹੀਂ ਕਰਾਂਗੇ। 3 ਗੁਣਾ ਫੋਰਸ ਹੋ ਜੇ ਉਹ 3 ਤਾਂ ਅਸੀਂ 10 ਹੋ ਗਏ ਤੇ ਫਿਰ ਹਮਲਾ ਕਰਾਂਗੇ। ਇਸ ਤਰੀਕੇ ਨਾਲ ਠੀਕ ਕੀਤਾ ਮੁੰਡੇ ਨੇ, ਭੱਜ ਕੇ ਪਿੱਛੇ ਦਿੱਤਾ। ਇਸੇ ਤਰ੍ਹਾਂ ਮੈਂ ਸੋਚਦਾ ਵੀ ਚੰਨਨ ਸਿੰਘ ਨੂੰ ਸ਼ਾਇਦ ਇਹ ਭੁੱਲ ਗਿਆ ਸੀਗਾ ਕਿ ਇਹ ਬੰਦੇ 3-4 ਹੈਗੇ ਤੇ ਮੈਂ ਇਕੱਲਾ ਨੂੰ ਫੜ ਨਹੀਂ ਸਕਦਾ, ਲੇਕਿਨ ਦਲੇਰੀ ਕੀਤੀ, ਉਹ ਮਾਰਿਆ। ਹੁਣ ਮਾਨ ਸਾਹਿਬ ਇੱਕੇ ਗੱਲ ਨੂੰ ਰਟੀ ਜਾਂਦੇ, ਪਰ ਮਾਨ ਸਾਹਿਬ ਨੂੰ ਮੈਂ ਇਹ ਗੱਲ ਪੁੱਛਣੀ ਚਾਹੁੰਦਾ ਵਾ, ਮਾਨ ਸਾਹਿਬ ਜਦੋਂ ਤੁਸੀਂ SSP ਫਿਰੋਜ਼ਪੁਰ ਸੀ 4 ਨਿਹੰਗ ਮਾਰੇ ਸੀ ਨਿਰਦੋਸ਼, ਉਦੋਂ ਤੁਹਾਡੀ ਜ਼ਮੀਨ ਕਿੱਥੇ ਚਲੀ ਗਈ? ਉਹਨਾਂ ਬਾਰੇ ਕੀ ਕਹੋਗੇ? ਫਿਰ ਤੁਹਾਨੂੰ ਵੀ ਅੱਤਵਾਦੀ ਕਹੀ ਇੱਥੇ ਸੀ। ਉਦੋਂ ਤੁਸੀਂ ਉਹ ਕਿਆ ਕਸੂਰ ਦਾ ਕੀ ਸੀਗਾ? ਉੱਥੇ ਗੁਰੂ ਅੰਗਦ ਦੇਵ ਪਾਤਸ਼ਾਹ ਨਾਗਾ ਖੜੇ ਆਪਣਾ ਗੁਰਦੁਆਰਾ ਬਣਿਆ, ਤੂੰ ਸਰੋਵਰ ਵਾਲੇ ਪਾਸੇ ਇੱਕ ਘੋੜਿਆਂ ਦਾ ਤਬੇਲਾ ਲਾ ਲਏਗਾ, ਤਬੇਲੇ ਦਾ ਗੰਦ ਜਾ ਰਿਹਾ, ਉਹਨਾਂ ਬੰਦ ਕਰਤਾ। ਅਸੀਂ ਇਸ ਗੁਰੂ ਘਰ ਪਾਸੇ ਨਹੀਂ ਹੋਣ ਦੇਣਾ। ਇਸੇ ਗੱਲ ਤੋਂ ਤਤਕਾਰ ਹੋ ਗਿਆ, ਪੁਲਿਸ ਗਈ ਹੋ ਸਕਦਾ ਉਹਨਾਂ ਕੋਲ ਕੋਈ ਹਥਿਆਰ ਹੋਵੇ, ਪਰ ਤੁਸੀਂ ਪੈਰ 'ਚ ਮਾਰ ਲਓ। ਹੁਣ ਕੱਲ੍ਹ ਜਿਹੜਾ ਗੈਂਗਸ ਫੜਿਆ ਉਹਨਾਂ ਨੇ ਪੈਰ 'ਚ ਗੋਲੀ ਮਾਰ ਕੇ ਫੜਿਆ ਨਾ, ਲੱਤ 'ਚ ਗੋਲੀ ਮਾਰ ਕੇ ਫੜਿਆ ਨਾ, ਬੰਦਾ ਨਹੀਂ ਮਾਰਿਆ ਨਾ।
ਉਦੋਂ 3 ਕਿ 4 ਨਿਹੰਗ ਮਾਰੇ ਸੀ। ਮਾਨ ਸਾਹਿਬ ਉਹਦੇ ਬਾਰੇ ਦੱਸ ਦਿਓ ਤੁਸੀਂ ਕੀ ਕਹਿਣਾ ਚਾਹੁੰਦੇ। ਉਹਨਾਂ ਨੇ ਆਪਣਾ ਬਚਾਓ ਕੀਤਾ ਔਰ ਬਾਅਦ ਚ ਕਿਹਾ ਵੀ, ਹੁਣ ਦੱਸੋ, ਜਦੋਂ ਬੇਅੰਤ ਸਿੰਘ ਨੂੰ ਮਾਰਿਆ, ਮੁੱਖ ਮੰਤਰੀ ਬੇਅੰਤ ਸਿੰਘ ਨੂੰ ਮਾਰਿਆ ਤੇ 17 ਨਾਲ ਪੁਲਿਸ ਮੁਲਾਜ਼ਮ ਹੋਰ ਮਰੇ ਸੀ ਤੇ ਤੁਸੀਂ ਕਹਿੰਦੇ ਇਹ ਸਾਡੇ ਸ਼ਹੀਦ ਨੇ, ਸਾਡੇ ਜਿੰਦਾ ਸ਼ਹੀਦ ਨੇ। ਜੇ ਇਹ ਜਿੰਦਾ ਸ਼ਹੀਦ ਨੇ ਤੇ ਫਿਰ ਉਹ ਕੌਣ ਸੀ? ਉਹਨੂੰ ਤੁਸੀਂ ਅੱਤਵਾਦੀ ਕਿਵੇਂ ਕਹਿੰਦੇ? ਫਿਰ ਤੁਸੀਂ ਕੀ ਕਰਿਓ? ਅਗਲੀ ਗੱਲ ਤੁਸੀਂ ਕਹਿੰਦੇ ਵੀ ਮੇਰੇ ਨਾਨੇ ਨੇ ਜਿਹੜਾ ਡਾਇਰ ਨੂੰ ਸਰੋਪਾ ਦਿੱਤਾ ਸੀ, ਜਿਹੜਾ ਵਾਰਡਨ ਪ੍ਰਿੰਸੀਪਲ ਸੀ ਉਸ ਟਾਈਮ ਦੇ ਅੰਗਰੇਜ਼ ਖਾਲਸਾ ਕਾਲਜ ਦਾ, ਉਹਨੇ ਕਿਹਾ ਸੀ ਡਾਇਰ ਨੂੰ ਠੰਡਾ ਕਰੋ। ਡਾਇਰ ਨੇ ਤਾਂ ਆਪਣਾ ਕੰਮ ਕਰਦਾ ਸੀਗਾ, ਠੰਡਾ ਨੂੰ ਕਰਨ ਦੀ ਲੋੜ ਸੀ। ਹੁਣ ਪਹਿਲੀ ਗੱਲ ਤੇ ਵਾਰਡਨ ਨੇ ਇਹ ਗੱਲ ਨਹੀਂ ਕਹੀ। ਵਾਰਡਨ ਨੇ ਇਹਨਾਂ ਨੂੰ ਪਹਿਲਾਂ ਕਹਿ ਦਿੱਤਾ ਸੀ, ਇਹ ਚਾਹੁੰਦੇ ਸੀ ਕਿ ਉੱਥੇ ਜਿਹੜੀ ਏਅਰ ਅਟੈਕ ਕਰੀ। ਵਾਰਡਨ ਨੇ ਉਦੋਂ ਰੋਕਤਾ ਸੀ ਵੀ ਜੇ ਕਿਤੇ ਏਅਰ ਅਟੈਕ ਦਾ ਇੱਕ ਗੋਲਾ ਵੀ ਦਰਬਾਰ ਸਾਹਿਬ ਡਿੱਗ ਪਿਆ ਤੇ ਦਰਬਾਰ ਸਾਹਿਬ ਦੀ ਡਿੱਗ ਪਿਆ ਤੇ ਸਿੱਖਾਂ ਦੀਆਂ ਜਨਾਨੀਆਂ ਤੇ ਬੱਚੇ ਸਭ ਸੜਕਾਂ ਤੇ ਆ ਜਾਣ। ਉਸਤੇ ਜੋ ਕਿਸੇ ਦੇ ਹੱਥ 'ਚ ਲੈ ਕੇ ਆ ਜਾਊਗਾ ਤੁਹਾਡੇ ਲਈ ਬਹੁਤ ਵੱਡਾ ਘਾਟਾ ਪਊਗਾ ਤੁਹਾਨੂੰ। ਫਿਰ ਇਹਨਾਂ ਨੇ ਉਹ ਟੈਸਟ ਆ ਰਿਹਾ ਸੀ ਉਹਦੇ ਕਹਿਣ ਤੇ। ਜੀ ਇਹ ਹੁਣ ਜੋ ਮਰਜ਼ੀ ਕਹੀ ਜਾਣ, ਮੇਰੇ ਦਾਦੇ ਨਾਨੇ ਨੇ ਕੀਤਾ ਸੀਗਾ। ਹਾਂ, ਇੱਕ ਗੱਲ ਮੈਂ ਜ਼ਰੂਰ ਸਪਸ਼ਟ ਕਰ ਦਿਆਂ, 1905 ਦੇ ਵਿੱਚ ਇੱਕ ਭੁਚਾਲ ਆਇਆ ਸੀ। 1905? ਅੱਛਾ ਜੀ। ਉਹ ਭੁਚਾਲ ਦੇ ਵਿੱਚ ਜਿਹੜੇ ਤੁਸੀਂ 2 ਮੀਨਾਰ ਦੇਖਦੇ ਨੇ ਦਰਬਾਰ ਸਾਹਿਬ ਦੇ ਵਿੱਚ, ਗੁੰਬਦ ਬਣੇ ਹੁੰਦੇ, ਉਹ ਗੁੰਬਦ ਉਦੋਂ ਡਿੱਗੇ ਸੀਗੇ। ਜਿਹੜੀ ਬਾਕੀ ਦੇ ਪੂਰੇ ਮੀਨਾਰ ਆ ਨਾ, ਇਹਨਾਂ ਦੀ ਜਿਹੜੀ ਦੀਵਾਰ ਇਹਦੇ ਘੇਰੇ ਘੇਰੇ ਪਿੱਤਲ ਦੀ ਇੱਕ ਪਲੇਟ ਪਾਈ ਗਈ ਹੈ, ਜੋੜੀ ਦੀ ਪੱਤਰ ਦੀ ਪਲੇਟ, ਜਿਹਦੇ ਕਰਕੇ ਡਿੱਗਣ ਨਹੀਂ ਦਿੰਦੇ। ਲੇਕਿਨ ਮਨਾਰਾ ਜਾਂਦੀ ਸੀ ਕਿ ਮਨਾਰ ਡਿੱਗ ਪਈ ਸੀ। ਉਦੋਂ ਪ੍ਰਕਰਮਾਂ ਦੇ ਵਿੱਚ ਕਾਫੀ ਕੁੱਟ ਭੱਜ ਰਹੀ ਸੀ। 1907 ਦੇ ਵਿੱਚ ਜਿਹੜਾ ਇਹਨਾਂ ਦਾ ਨਾਨਾ ਵਾ ਗਿਆਨੀ ਰੂਪ ਸਿੰਘ, ਉਹ ਬਕਾਇਦਾ ਤੌਰ ਤੇ ਇਹਦਾ ਬਣਦਾ ਵਾ ਜਥੇਦਾਰ, ਸਰਬਰਾ ਕਹਿੰਦੇ ਸੀ ਉਦੋਂ, ਸਰਬਰਾ। ਜਦੋਂ ਬਣਦਾ ਉਹਦੀ ਅੰਗਰੇਜ਼ਾਂ 'ਚ ਚੰਗੀ ਪੈਂਟ ਸੀ, ਜਿਹੜਾ ਚੰਗਾ ਕੰਮ ਕੀਤਾ ਚੰਗੀ ਸਿਫਤ ਕਰਾਂਗੇ। ਜਦੋਂ ਚੰਗੀ ਪੈਂਟ ਸੀ, ਉਹਨੇ ਅੰਗਰੇਜ਼ਾਂ ਨਾਲ ਗੱਲ ਕੀਤੀ ਵੀ ਆਹ ਘੇਰੇ ਦਰਬਾਰ ਸਾਹਿਬ ਦੇ ਜਿਹੜੇ ਕਮਰੇ, ਇੱਥੇ ਮੰਦਿਰ ਬਣਾਏ ਆ, ਕਾਲੀ ਦਾ ਮੰਦਿਰ ਹੈ, ਹਨੂੰਮਾਨ ਦਾ ਮੰਦਿਰ, ਫਲਾ ਮੰਦਿਰ ਹੈ, ਸਾਨੂੰ ਬੜਾ ਖਰਾਬ ਕਰਦੇ, ਬਹੁਤ ਜ਼ਿਆਦਾ ਗੰਦ ਪੈਂਦਾ ਇੱਥੇ। ਜਿਹੜੇ ਸਾਡੇ ਸ਼ਰਧਾਲੂ ਦੇ ਲੋਕ ਪਿੱਛੇ ਦਿੰਦੇ ਆ, ਮੁੜ ਕੇ ਕਿਤੇ ਲੰਗਰ ਸੀ ਛਕੋ ਤੁਸੀਂ। ਉਦੋਂ ਉਹਨੇ ਗੱਲ ਕੀਤੀ, ਗੱਲ ਕਰਕੇ ਉਹਨਾਂ ਨੂੰ ਕਿਹਾ ਭਾਈ ਤੁਸੀਂ ਆਪਣੀਆਂ ਮੂਰਤੀਆਂ ਬਾਹਰ ਲੈ ਜਾਓ ਤਾਂ ਕਿ ਇਹਦੀ ਜਿਹੜੀ ਪ੍ਰਕਰਮਾਂ ਦੀ ਰਿਪੇਅਰ ਸਹੀ ਤਰੀਕੇ ਨਾਲ ਹੋ ਸਕੇ ਜੀ। ਉਦੋਂ ਪ੍ਰਕਰਮਾਂ ਦੀ ਰਿਪੇਅਰ ਕਰਨ ਦੇ ਬਹਾਨੇ ਉਹਨਾਂ ਦੀਆਂ ਮੂਰਤੀਆਂ ਬਾਹਰ ਕਢਾਈਆਂ ਗਈਆਂ, ਮੰਦਿਰ ਬਾਹਰ ਕਢਾਏ ਗਏ ਤੇ ਮੁੜ ਕੇ ਰੂਪ ਨੇ ਅੰਦਰ ਨਿਸ਼ੇ ਬਣ ਗਏ। ਉਹਦੀ ਪ੍ਰਾਪਤੀ ਜ਼ਰੂਰ ਸੀ। ਉਦੋਂ ਫਿਰ 1910 ਦੇ ਵਿੱਚ ਬਕਾਇਦਾ ਤੌਰ ਤੇ ਦੁਰਗਿਆਨਾ ਮੰਦਿਰ ਦਾ ਨੀਂਹ ਪੱਥਰ ਰੱਖਿਆ ਗਿਆ ਤੇ 1918 ਦੇ ਵਿੱਚ ਉਹਨੂੰ ਕੰਪਲੀਟ। ਜੀ ਦੁਰਗਿਆਨਾ ਮੰਦਿਰ। ਜੀ ਹੁਣ ਮੈਂ ਜਿਹੜੀ ਗੱਲ ਕਰਨ ਲੱਗਾ, ਮਾਨ ਸਾਹਿਬ, ਪਹਿਲੀ ਗੱਲ ਤਾਂ ਤੁਸੀਂ ਇਤਿਹਾਸ ਦੇ ਜਾਣਕਾਰ ਅਸੀਂ ਨਹੀਂ ਇੰਨੇ ਹੋਵਾਂਗੇ, ਲੇਕਿਨ ਜੇ ਮੇਰੀ ਕਿਤੇ ਗੱਲ 'ਚ ਕੋਈ ਝੂਠ ਹੈ ਇਹ ਦੱਸ ਵੀ ਦਿਓ ਕਿ 4 ਨਿਹੰਗ ਜੀ ਮਾਰੇ, ਤੁਹਾਡੇ ਦਾਦੇ ਤੁਹਾਡੇ ਨਾਨੇ ਨੂੰ ਸੁਰਪਾ ਨਹੀਂ ਦਿੱਤਾ। 30 ਸਤੰਬਰ 30 ਨਵੰਬਰ 2002 ਨੂੰ ਤੁਸੀਂ ਬਕਾਇਦਾ ਤੌਰ ਤੇ ਮਾਫੀ ਨਹੀਂ ਮੰਗੀ ਆਪ ਆ ਕੇ ਅਕਾਲ ਤਖਤ ਦੇ ਉੱਤੇ ਮੇਰੇ ਨਾਨੇ ਨੇ ਗਲਤੀ ਕੀਤੀ। ਜੇ ਉਦੋਂ ਤੁਸੀਂ ਗਲਤੀ ਮੰਨ ਚੁੱਕੇ ਹੋ ਆਪਣੀ 30 ਮਾਰਚ 2002 ਨੂੰ ਬਜਟ ਇਜਲਾਸ ਸੀ ਕਿ ਐਸਜੀਪੀਸੀ ਦਾ, ਤੁਸੀਂ ਆਏ, ਤੁਸੀਂ ਮਾਫੀ ਮੰਗੀ ਸੀ ਅਕਾਲ ਤਖਤ ਦੇ ਵਿੱਚ ਕਿ ਮੇਰੇ ਨਾਨੇ ਨੇ ਗਲਤੀ ਕੀਤੀ, ਜਨਰਲ ਡਾਇਰ ਨੂੰ ਸਰੋਪਾ ਦੇ ਕੇ, ਤੇ ਅੱਜ ਤੁਸੀਂ ਉਸ ਬਿਆਨ ਤੇ ਕਿਉਂ ਮੁੱਕਰ ਰਹੇ ਹੋ? ਅੱਜ ਦੂਜੇ ਪਾਸੇ ਤੁਸੀਂ ਕਿਉਂ ਜਾ ਰਹੇ ਹੋ? ਮਾਨ ਸਾਹਿਬ, ਤੁਹਾਡੇ ਵਰਗੇ ਪੜ੍ਹੇ ਲਿਖੇ ਬੰਦਿਆਂ ਨੂੰ ਜਿਹੜੀ ਬੰਦਿਆਂ ਦੀ ਬੜੀ ਲੋੜ ਆ ਸਿੱਖ ਕੌਮ, ਤੁਹਾਡਾ ਇੰਨਾ ਕੁ ਕੱਦ ਬਹੁਤ ਉੱਚਾ ਹੋ ਗਿਆ ਸੀ ਵੀ ਲੋਕਾਂ ਦੇ ਵਿੱਚ ਧਾਰਨਾ ਬਣ ਗਈ ਸੀ ਵੀ ਅਕਾਲੀ ਦਲ ਤੇ ਗਿਆ, ਹੁਣ ਸਾਨੂੰ ਅਕਾਲੀ ਦਲ ਸੁਰਜੀਤ ਕਿਹੜਾ ਕਰਨਾ ਪੈਂਦਾ। ਅਸੀਂ ਮਾਨ ਸਾਹਿਬ ਨੂੰ ਅੱਗੇ ਲਾਈਏ, ਲੇਕਿਨ ਆਹ ਜਿਹੜੀਆਂ ਤੁਸੀਂ ਗੱਲਾਂ ਕੀਤੀਆਂ ਵਾ, ਇਸ ਚੀਜ਼ ਨੇ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਇਆ ਤੁਹਾਡੀ ਪਾਰਟੀ ਨੂੰ ਔਰ ਤੁਹਾਡੀ ਛਵੀ। ਦੂਸਰੀ ਚੀਜ਼, ਤੁਸੀਂ ਕਹਿ ਦਿੱਤਾ ਜੀ ਕਿਰਪਾਨ ਲੈ ਕੇ ਅੰਦਰ ਜਾਵਾਂਗੇ, ਤੇ ਇਸੇ ਮੰਚ ਤੇ ਮੈਂ ਕਿਹਾ ਸੀ ਵੀ ਇਹ ਨਹੀਂ ਹੋ ਸਕਦਾ। ਚਰਚਾ ਦੇ ਵਿੱਚ ਗੱਲ ਹੈ ਜੀ, ਤੇ ਮੈਂ ਕਿਹਾ ਸੀ ਕਿਰਪਾਨ ਕਿੱਥੇ ਤੇ ਕਿਵੇਂ ਗਈ, ਉਹ ਵੀ ਆਪਣੀ ਸਾਰੀ ਗੱਲ ਕੀਤੀ ਸੀ, ਕਿੱਥੇ ਜਾ ਕੇ ਕਿਰਪਾਨ ਦੇ ਕੇ ਜਥੇਦਾਰ ਨੂੰ ਕੀ ਕਿਹਾ ਸੀ। ਇਸ ਕਰਕੇ ਮਾਨ ਸਾਹਿਬ ਦੀਆਂ ਕਈ ਗੱਲਾਂ ਸਹਿਮਤ ਨਹੀਂ, ਕਈ ਗੱਲਾਂ ਵੇਖੋ ਜਦੋਂ ਪਿਛਲੀ 1999 ਚ ਮੈਂਬਰ ਬਣੇ ਸੀ ਪਾਰਲੀਮੈਂਟ,
ਇਹਨਾਂ ਪੰਜਾਬ ਦੇ ਮੁੱਦੇ, ਦੇਸ਼ ਦੇ ਮੁੱਦੇ ਬੜੀ ਮੁਸਤੈਦੀ ਨਾਲ ਠਾਏ ਸੀ। ਇਹਨਾਂ ਦੀ ਲਿਆਕਤ ਨੂੰ ਵੇਖ ਕੇ ਤਤਕਾਲੀ ਸਪੀਕਰ ਤੇ ਪ੍ਰਧਾਨ ਮੰਤਰੀ ਨੇ ਪਾਰਲੀਮੈਂਟ ਦੀਆਂ 3 ਕਮੇਟੀਆਂ ਦਾ ਮੈਂਬਰ ਪਾਇਆ ਸੀ ਮਾਨ ਸਾਹਿਬ ਨੂੰ। ਤੇ ਮਾਨ ਸਾਹਿਬ, ਇਸ ਕਰਕੇ ਮਿਹਰਬਾਨੀ ਕਰਕੇ ਤੁਸੀਂ ਥੋੜਾ ਜਿਹਾ ਜੋ ਕਹਿਤਾ ਠੀਕ ਕਹਿਤਾ, ਕੋਈ ਤੁਹਾਨੂੰ ਕੋਈ ਬੋਦਰ ਵੀ ਕੇਸ ਨਹੀਂ ਕਰਨਾ, ਮੈਂ ਤੁਹਾਨੂੰ ਦੱਸ ਦਿਆਂਗਾ। ਤੁਸੀਂ ਭਗਤ ਸਿੰਘ 4 ਗਾਲਾਂ ਕਾਢੋ ਤਾਂ ਵੀ ਕੀ ਬੋਦਰ ਨਹੀਂ ਕਰਨਾ, ਲੇਕਿਨ ਥੋੜਾ ਜਿਹਾ ਸੋਚ ਲਓ। ਭਗਤ ਸਿੰਘ ਜੇ ਉਹ ਸ਼ਹੀਦ ਸੀ, ਉਹਨੂੰ ਸ਼ਹੀਦ ਰਹਿਣ ਦਿਓ। ਭਾਵੇਂ ਸਾਡੀ ਸਰਕਾਰ ਨੇ ਇੱਥੇ ਤੱਕ ਸ਼ਹੀਦ ਦਾ ਦਰਜਾ ਨਹੀਂ ਦਿੱਤਾ, ਤਾਂ ਜਦੋਂ ਤੁਸੀਂ ਰੌਲਾ ਪਾਉਂਦੇ ਉਹ ਅੱਤਵਾਦੀ ਸੀ, ਤੇ ਅੱਗੇ ਅਗਰ ਅੱਤਵਾਦੀ ਕਹਿਣ ਨੂੰ ਤਿਆਰ ਨਹੀਂ। ਇਸ ਕਰਕੇ ਭਗਤ ਸਿੰਘ ਦੀ ਕੋਈ ਦੇਣ ਸੀ, ਉਹਦੇ ਪਰਿਵਾਰ ਦੀ ਕੋਈ ਦੇਣ ਸੀ। ਉਹਦੇ ਚਾਚੇ ਅਜੀਤ ਸਿੰਘ ਨੇ ਇੰਨੀ ਗੱਲ ਕਹੀ ਸੀਗੀ ਕਿ ਜਿੰਨਾ ਚਿਰ ਮੈਂ ਉਦੋਂ ਮਰੂੰਗਾ ਜਦੋਂ ਆਜ਼ਾਦੀ ਮਿਲ ਜੂਗੀ। 15 ਅਗਸਤ ਨੂੰ ਆਜ਼ਾਦੀ ਮਿਲੀ, 4 ਘੰਟੇ ਬਾਅਦ ਉਹਦੀ ਡਲਹੌਜ਼ੀ ਡੈਥ ਹੋ ਗਈ। ਇਸ ਕਰਕੇ ਮਾਨ ਸਾਹਿਬ ਉਸ ਪਰਿਵਾਰ ਦੀ ਕੁਰਬਾਨੀ ਵੇਖੋ, ਉਹਦੇ ਦਾਦੇ ਦੀ ਕੁਰਬਾਨੀ ਵੇਖੋ। ਉਹਦਾ ਚਾਚਾ ਜੇਲ੍ਹ ਸੜ ਕੇ ਮਰ ਗਿਆ, ਆਪ ਇਸ ਪਾਸੇ ਲੱਗਾ ਹੋ। ਉਹਦੀ ਚਾਚੀ ਨੇ ਰੋਣਾ, ਤਾਂ ਉਹਨੇ ਕਹਿਣਾ ਚਾਚੀ ਮੈਂ ਬੰਦੂਕਾਂ ਨਹੀਂ, ਜੋ ਛੋਟੇ ਬੱਚੇ ਬੋਲੇ ਸੜਿਆ ਬੰਦੂਕਾਂ ਬੀਤੀਆਂ ਮੈਂ ਧਰਤੀ 'ਚ ਉੱਪਰ ਗਿਆ ਤੇ ਆਪਾਂ ਮਾਰਾਂਗੇ ਅੰਗਰੇਜ਼ਾਂ ਨੂੰ। ਬਿਲਕੁਲ। ਇਸ ਕਰਕੇ ਮਾਨ ਸਾਹਿਬ, ਚਲੋ ਤੁਸੀਂ ਬਹੁਤ ਸਿਆਣੇ ਹੋ, ਸੁਲਝੇ ਹੋ, ਤੁਹਾਨੂੰ ਜ਼ਿਆਦਾ ਜਿਹੜਾ ਮੇਰੇ ਨਾਲ ਜਾਣਕਾਰੀ ਹੋਊਗੀ, ਲੇਕਿਨ ਜਿਹੜੇ ਮੈਂ ਸਵਾਲ ਕੀਤੇ ਵੀ ਜਿਹੜੇ ਨਿਹੰਗ ਮਾਰੇ ਸੀ, ਕੀ ਅੱਤਵਾਦੀ ਕੀ ਜਿਹੜੇ 17 ਲੋਕ ਮਾਰੇ ਗਏ ਨੇ, ਉਹਨਾਂ ਨੂੰ ਮਾਰਨ ਵਾਲੇ ਅੱਤਵਾਦੀ ਨਹੀਂ ਹੋ ਸਕਦੇ। ਇਸ ਕਰਕੇ ਅਸੀਂ ਇਸ ਗੱਲ ਦੀ ਕਹਿੰਦੇ ਕਿ ਤੁਸੀਂ ਇਹ ਜਿਹੜੇ ਬੰਦੇ ਨੇ ਪੁਰਾਣੀਆਂ ਗੱਲਾਂ ਨਾ ਛੱਡੋ, ਆਉਣ ਵਾਲੇ ਭਵਿੱਖ ਦੀ ਗੱਲ ਕਰੋ, ਪੰਜਾਬ ਦੀ ਭਲਾਈ ਦੀ ਕਰੋ, ਕੌਮ ਦੀ ਭਲਾਈ ਦੀ ਕਰੋ, ਦੇਸ਼ ਦੀ ਭਲਾਈ ਦੀ ਗੱਲ ਜੀ। ਸਾਡੇ ਨਾਲ ਕਾਲਰ ਨੇ ਜੀ। ਕਾਲਰ ਤੁਸੀਂ ਆਪਣੇ ਵਿਚਾਰ ਔਨ ਦੀ ਏਅਰ ਸਾਂਝੀ ਕਰ ਸਕਦੇ ਹੋ। 905 813 1320 905 813 1320 ਐਂਡ ਵੱਡੇ ਪੂਰੇ ਐਂਡ ਨਿਚੋੜ ਦੇ ਨਾਲ ਭੱਟੀ ਸਾਹਿਬ ਨੇ ਗੱਲਬਾਤ ਨੂੰ ਕਲੀਅਰਫਾਈ ਕੀਤਾ ਤੇ ਆਪਣੇ ਵਿਚਾਰ ਰੱਖੇ। ਤੁਸੀਂ ਵੀ ਆਪਣੇ ਵਿਚਾਰ ਔਨ ਦੀ ਏਅਰ ਰੱਖ ਸਕਦੇ ਹੋ। ਇੱਕ ਵਾਰੀ ਫਿਰ ਤੋਂ ਨੰਬਰ ਨੋਟ ਕਰ ਲਓ, 905 813 1320। ਲੈਂਦੇ ਪਹਿਲੀ ਕਾਲ ਔਨ ਦੀ ਏਅਰ। ਸਤਿ ਸ਼੍ਰੀ ਅਕਾਲ ਕਾਲਰ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਪਹਿਲਾਂ ਤਾਂ ਮੈਨੂੰ ਸਮਝ ਨਹੀਂ ਲੱਗਦੀ ਕਿ ਮਦਦ ਦੀ ਥੋੜਾ ਜਿਹਾ ਲਾਗੇ ਮਾਈਕ ਤੇ ਆ ਜਾਓ, ਵੀ ਤੁਹਾਡੀ ਆਵਾਜ਼ ਬਹੁਤ। ਹਾਂਜੀ ਭਾਈ, ਆਉਂਦੀ ਆਵਾਜ਼? ਜੀ ਜੀ ਜੀ। ਹਾਂਜੀ ਭਾਈ, ਮੈਨੂੰ ਸਮਝ ਨਹੀਂ ਲੱਗਦੀ ਹੈਗੀ ਮਤਲਬ ਸ਼ਹੀਦ ਦਾ ਦਰਜਾ ਮਤਲਬ ਯਕਦਮ ਕਿਸੇ ਨੂੰ ਦੇ ਦੇਣਾ। ਸ਼ਹੀਦ ਦਾ ਦਰਜਾ, ਸ਼ਹੀਦ ਦੀ ਅਹਿਮੀਅਤ ਬਹੁਤ ਵੱਡੀ ਹੁੰਦੀ ਆ। ਉਸ ਤੋਂ ਬਾਅਦ ਤੁਸੀਂ ਜਿੱਦਾਂ ਹੁਣ ਸਾਰੇ ਰਣਜੀਤ ਸਿੱਧੂ ਹੋ ਗਿਆ, ਜਾਵੇਦ ਸਿੱਧੂ ਮੂਸੇਵਾਲਾ ਹੋ ਗਿਆ, ਇਹਨਾਂ ਨੂੰ ਕਿੱਦਾਂ ਸ਼ਹੀਦਾਂ ਦਾ ਦਰਜਾ ਦੇ ਦਿੰਦੇ, ਮੈਨੂੰ ਨਹੀਂ ਸਮਝ ਲੱਗਦੀ ਹੈਗੀ। ਕੁਝ ਇਹਦੇ ਬਾਰੇ ਮੈਨੂੰ ਚੰਗੀ ਤਰ੍ਹਾਂ ਦੱਸਿਓ ਤੇ ਮੈਂ ਸੁਣ ਕੇ ਗੱਲ ਕਰੂੰਗਾ ਜੀ। ਦੂਜਾ ਜਿਹੜਾ ਮਾਨ ਸਾਹਿਬ ਹੋਣੀ ਮੇਰਾ ਖਿਆਲ ਐਸ ਉਮਰੇ ਆ ਗਏ, ਸੱਤੇ ਆ ਗਏ ਆ ਜਿੱਦਾਂ ਕਹਿ ਦਿੰਦਾ ਆ। ਤੇ ਮਤਲਬ ਗੱਲ ਕਰਨ ਵੇਲੇ ਜੋ ਮਾਨ ਸਾਹਿਬ ਹੋਣਾ ਦੇ ਅੱਜ ਤੱਕ, ਜਦੋਂ ਦੇ ਮਾਨ ਸਾਹਿਬ ਚੱਲੇ ਆ ਉਦੋਂ ਤੋਂ ਲੈ ਕੇ ਅੱਜ ਤੱਕ ਕੋਈ ਵੀ ਏਦਾਂ ਦੀ ਕੰਟਰੀਬਿਊਸ਼ਨ ਹੈ ਨਹੀਂ ਕਿ ਮਾਨ ਸਾਹਿਬ ਦੀ ਪੰਜਾਬ ਨੂੰ ਲੈ ਕੇ ਕਿ ਅੱਗੇ ਵਧੇ ਹੋਣ, ਕਿ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਕੋਈ ਅੱਗੇ ਵਧਿਆ ਹੋਵੇ। ਸਿਰਫ ਇਹਨਾਂ ਨੇ ਆਪਣੀ ਜਿੱਤ ਮੋਰੇ ਰੱਖੀ ਆ, ਤੇ ਜੋ ਕੁਝ ਇਹਨਾਂ ਨੇ ਹੁਣ ਬਿਆਨ ਦਿੱਤਾ, ਮੈਂ ਤਾਂ ਮਾਨ ਸਾਹਿਬ ਨੂੰ ਇਹ ਕਹੂੰਗਾ ਕਿ ਮਾਨ ਸਾਹਿਬ ਹੁਣ ਤੁਸੀਂ ਇਹ ਦੱਸੋ ਕਿ ਆਪਣਾ ਅਸਤੀਫਾ ਕਦੋਂ ਦਊਂਗੇ। ਮਤਲਬ ਜੋ ਕੁਝ ਇਹ ਬੋਲ ਰਹੇ ਆ, ਤੇ ਲੋਕਾਂ ਦੇ ਅੱਗੇ ਵੀ ਇਹ ਆ ਕਿ ਲੋਕ ਕਿੱਦਾਂ ਏਦਾਂ ਦੇ ਬੰਦਿਆਂ ਨੂੰ ਚੁਣ ਲੈਂਦੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਹੈਗਾ ਮਤਲਬ ਜਿਹੜੇ ਸਾਡੇ ਸ਼ਹੀਦ ਹੈ ਜਾਂ ਜਿਹੜੇ ਵੀ ਇਹ ਗੱਲਾਂ ਬਾਤਾਂ ਕਰਦੇ ਆ, ਮਤਲਬ ਕਿੱਦਾਂ ਲੋਕੀ ਇਹਨਾਂ ਨੂੰ ਚੁਣ ਕੇ ਤਾਂ ਰਾਜ ਸਭਾ ਦੇ ਵਿੱਚ ਭੇਜ। ਇਹਦੇ ਬਾਰੇ ਦੱਸਿਓ ਜੀ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਜੀ ਭੱਟੀ ਸਾਹਿਬ। ਵੇਖੋ, ਜਿਹੜੀ ਗੱਲ ਤੁਸੀਂ ਮਾਨ ਸਾਹਿਬ ਦੀ ਕੀਤੀ, ਅਸੀਂ ਕਿੰਨੇ ਵਿਸਤਾਰ ਨਾਲ ਤੁਹਾਨੂੰ ਦੱਸ ਬਿਲਕੁਲ ਬਿਲਕੁਲ ਸਾਰੇ ਪੱਖ ਦੱਸਦੇ ਆ ਕਿ ਮਾਨ ਸਾਹਿਬ ਜੇ ਕਿਤੇ ਜਿਹੜਾ ਭਗਤ ਸਿੰਘ ਜਿਹੜਾ ਅੱਤਵਾਦੀ ਸੀ, 4 ਨਿਹੰਗ ਮਾਰੇ ਸੀ, ਕਿਉਂ ਅੱਤਵਾਦੀ? ਕੀ ਮੁੱਖ ਮੰਤਰੀ ਬਿਆਨ ਸਿੰਘ ਨੇ 17 ਬੰਦੇ ਮਾਰੇ ਸੀ ਕਿ ਉਹ ਮਾਰਨ ਵਾਲੇ ਅੱਤਵਾਦੀ ਨਹੀਂ ਫਿਰ ਹੋ ਸਕਦੇ? ਉਹਨਾਂ ਨੂੰ ਤੁਸੀਂ ਸ਼ਹੀਦ ਕੋ ਕਹਿੰਦੇ ਹੋ, ਜਿੰਦਾ ਸ਼ਹੀਦ ਕਹਿੰਦੇ ਤੁਸੀਂ। ਇਸ ਕਰਕੇ ਮਾਨ ਸਾਹਿਬ ਜਿਹਦੀ ਕੋਈ ਕੁਰਬਾਨੀ ਹੈਗੀ ਹੈ, ਅਸੀਂ ਤੁਹਾਡੀ ਕੁਰਬਾਨੀ ਤੋਂ ਇਨਕਾਰ ਨਹੀਂ ਕਰਦੇ। ਤੁਹਾਡੀ ਬੇਟੀ ਨੇ ਪ੍ਰਿਤ ਕੌਰ ਨੇ ਕਿਤਾਬ ਲਿਖੀ ਸੀ, ਲੌਸਟ ਮਾਈ 10 years, ਬੜੀ ਵਧੀਆ ਕਿਤਾਬ ਹੈ। ਅੱਛਾ, ਬਹੁਤ ਵਧੀਆ ਕਿਤਾਬ, ਬੜੀ ਵਧੀਆ ਕਿਤਾਬ ਸਾਡੀ। ਇਸ ਕਰਕੇ ਅਸੀਂ ਤੁਹਾਡੀ ਕੁਰਬਾਨੀ ਤੋਂ ਬਿਲਕੁਲ ਇਨਕਾਰ ਨਹੀਂ ਕਰਦੇ। ਜੇ ਤੁਸੀਂ ਸਰੋਪੇ ਦੀ ਗੱਲ ਕਰਦੇ ਆ, ਠੰਡਿਆਂ ਗੱਲ ਦੀ ਕਰਦੇ ਆ, ਤੁਸੀਂ ਜਦੋਂ DIG ਸੀ ਉਦੋਂ ਰਾਸ਼ਟਰਪਤੀ ਦੀ ਚਿੱਠੀ ਲਿਖੀ ਇੱਕ ਬੜੀ ਸਖਤ, ਤੁਸੀਂ ਵੀ ਆਹ ਤੁਸੀਂ ਜੋ ਕੀਤਾ ਗਲਤ ਕੀਤਾ, ਮੈਂ ਸਹਿਮਤ ਨਹੀਂ ਕਿ ਤੁਹਾਡੇ ਰੈਸਟੋਰੈਂਟ ਵੀ ਜਾਰੀ ਹੋਏ ਸੀਗੇ, ਤੁਸੀਂ ਉਹ ਚਿੱਠੀ ਲਿਖਣ ਦੀ ਲੋੜ ਸੀ। ਤੁਸੀਂ ਵੀ ਇੰਦਰਾ ਗਾਂਧੀ ਕੋਲ ਸਰੋਪਾ ਲੈ ਕੇ ਜਾਂਦੇ, ਬੀਬੀ ਜੀ ਠੰਡੀ ਹੋ, ਤੇਰੀ ਗੱਲ ਸਰੋਪਾ ਪਾ ਦੇ। ਇਸੇ ਕਰਕੇ ਜੀ ਜੀ
ਅਸੀਂ ਇਹ ਕਹਿੰਦੇ ਵੀ ਇਹ ਜਿਹੜੇ ਮੁੱਦੇ ਨੇ, ਜਿਸ ਤਰੀਕੇ ਦਾ ਇਤਿਹਾਸ ਆ, ਹੁਣ ਮੈਂ ਹੋਰ ਗੱਲ ਕਰਦੇ ਹਾਂ। ਮੈਨੂੰ ਵੀਰ ਜੀ ਨੇ ਕਿਹਾ ਹੋਰ ਥੋੜ੍ਹਾ ਡਿਟੇਲ ਦੱਸ ਜੀ। ਸ਼ਹੀਦ ਭਗਤ ਸਿੰਘ ਉਦੋਂ ਬੀਬੀ ਜੀ ਗੋਸਲ ਆਏ ਸੀ, ਉਹਨਾਂ ਕਿਹਾ ਸੀ ਨਹੀਂ ਇਹ ਠੀਕ ਸੀ। ਮੈਂ ਅੱਜ ਵੀ ਕਹਿੰਦਾ ਸ਼ਹੀਦ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਦਾ 1967 ਤੱਕ ਸਾਨੂੰ ਵੱਡੀ ਪੱਧਰ ਤੇ ਕਿਸੇ ਨੇ ਵੀ ਜਿਹੜਾ ਸੀ ਉਹ ਯਾਦ ਨਹੀਂ ਕੀਤਾ। ਉਹਨਾਂ ਦੇ ਪਰਿਵਾਰ ਵਾਲੇ, ਉਹਨਾਂ ਦੇ ਪਿੰਡ ਵਾਲੇ, ਉਹਨਾਂ ਦੇ ਚੌਂ ਵਾਲੇ ਯਾਦ ਕਰਦੇ ਰਹੇ। 1967 ਦੇ ਵਿੱਚ ਜਦੋਂ ਪੰਜਾਬ ਸਟੂਡੈਂਟ ਯੂਨੀਅਨ ਉੱਠੀ, ਇਹਨਾਂ ਕਿਹਾ ਨਹੀਂ ਸਾਡੇ ਏਡੇ ਵੱਡੇ ਸ਼ਹੀਦ ਹੋਣ, ਇਹਨਾਂ ਦਿਨ ਮਨਾਈਏ। ਉਹਨਾਂ ਨੇ ਹਰ ਕਾਲਜ 'ਚ, ਹਰ ਸਕੂਲ 'ਚ ਬਣਾਉਣੇ ਸ਼ੁਰੂ ਕੀਤੇ ਤੇ ਫਿਰ ਸਰਕਾਰ ਨੂੰ ਚੇਤਾ ਆ ਗਿਆ ਵੋਟਾਂ ਖਰਾਬ ਹੁੰਦੀਆਂ ਨੇ। ਫਿਰ ਗਿਆਨੀ ਜੈਲ ਸਿੰਘ ਨੇ ਇਹਨਾਂ ਦੀ ਮਾਤਾ ਨੂੰ ਰਾਜ ਮਾਤਾ ਦੇ ਦਿੱਤਾ ਸੀ, ਪੰਜਾਬ ਮਾਤਾ ਦਿੱਤਾ ਸੀ, ਵਿਦਿਆਵੰਤੀ। ਇਸ ਕਰਕੇ ਮੇਰਾ ਕਹਿਣ ਤੋਂ ਭਾਵ ਆ ਵੀ ਜੇ ਉਹ ਇੰਨੇ ਬੰਦੇ ਮੰਨਦੇ ਸੀ ਵੀ ਸ਼ਹੀਦ ਆ, ਉਹਨੂੰ ਸ਼ਹੀਦ ਕਹਿਤਾ ਸੀ, ਕਹਿਤਾ ਸ਼ਹੀਦ ਕਹਿਤਾ। ਫੋਟੋ ਲੱਗ ਚਲੀ ਸੀ ਪਾਰਲੀਮੈਂਟ ਵਿੱਚ, ਉਹਦੀ ਰੌਲਾ ਪੈ ਗਿਆ। ਕੋਈ ਕਹਿੰਦਾ ਜੀ ਟੋਪ ਵਾਲੀ ਲਾ ਦਿਓ, ਕੋਈ ਕਹਿੰਦਾ ਜੀ ਭਾਈ ਉਹਦੀ ਫੋਟੋ ਲਈ ਸਰਦਾਰ ਦੀ ਲਾਓ ਤੁਸੀਂ। ਇੱਥੋਂ ਤੁਸੀਂ ਬੇਰੁਕਾਤੀ ਸਾਡੀ ਗੱਲ। ਇਸ ਕਰਕੇ ਪਹਿਲਾਂ ਅਸੀਂ ਫੈਸਲਾ ਕਰ ਲਈ। ਅਸੀਂ ਚਾਹੁੰਦੇ ਕਿ ਜੇ ਮਾਨ ਸਾਹਿਬ ਤੁਹਾਡੇ ਮੂੰਹ ਇਹ ਗੱਲ ਫੱਬ ਜੀ ਨਹੀਂ, ਜੇ ਤੁਸੀਂ ਇਹ ਗੱਲ ਕਹੀ ਆ ਤੇ ਫਿਰ ਉਹ ਨਿਹੰਗਾਂ ਬਾਰੇ ਤੇ ਜਿਹੜੇ ਜਨਸਨ ਮਾਰੇ ਸੀਗੇ ਉਹਨਾਂ ਨੂੰ ਮਾਰਨ ਵਾਲੇ, ਉਹਨਾਂ ਬਾਰੇ ਤੁਹਾਡੇ ਕੀ ਵਿਚਾਰ ਵੀ ਦੱਸ ਸਪਸ਼ਟ ਕਰ। ਮਨਪ੍ਰੀਤ ਸਿੰਘ ਅਯਾਲੀ ਦਾ ਕੀ ਹਾਲ ਚਾਲ ਹੈ ਭੱਟੀ ਸਾਹਿਬ? ਮਨਪ੍ਰੀਤ ਸਿੰਘ ਅਯਾਲੀ, ਮਨਪ੍ਰੀਤ ਅਯਾਲੀ ਦੇ ਉੱਤੇ ਇਨਕਮ ਟੈਕਸ ਦਾ ਰੇਟ ਹੁੰਦਾ ਤੇ ਸੁਖਬੀਰ ਸਿੰਘ ਬਾਦਲ ਨੇ ਜਿਹੜਾ ਧਿਆਨ ਨਹੀਂ, ਬਿਕਰਮ ਸਿੰਘ ਮਜੀਠੀਆ ਹਾਲ ਨਹੀਂ ਪੁੱਛਿਆ। ਜਿਹੜੀ ਮੇਰੀ ਇਨਫੋਰਮੇਸ਼ਨ ਆ, ਅਕਾਲੀਆਂ ਦੇ ਅੰਦਰਲੀ ਇਨਫੋਰਮੇਸ਼ਨ ਜਿਹੜੀ ਮੈਂ ਗੱਲ ਕਰਦਾ ਤੁਹਾਡੇ ਨਾਲ, ਇਹ ਸੱਚੀ ਹੈ ਝੂਠੀ ਮੈਨੂੰ ਨਹੀਂ ਪਤਾ ਇਸ ਗੱਲ। ਮਨਪ੍ਰੀਤ ਅਯਾਲੀ ਜਿਸ ਤਰੀਕੇ ਨਾਲ ਜੋਰ ਫੜਦਾ ਜਾ ਰਿਹਾ ਸੀ, ਲੋਕਾਂ ਦਾ ਹਰਮਨ ਪਿਆਰਾ ਲੀਡਰ ਬਣਦਾ ਜਾ ਰਿਹਾ ਸੀ, ਨਾ ਉਹ ਸੁਖਬੀਰ ਬਾਦਲ ਨੂੰ ਭਾਉਂਦਾ ਸੀ ਤੇ ਨਾ ਬਕਾਇਦਾ ਤੌਰ ਤੇ ਬਿਕਰਮ ਮਜੀਠੀਆ ਨੂੰ ਭਾਉਂਦਾ। ਵਿਧਾਨ ਸਭਾ ਦੀਆਂ ਚੋਣਾਂ 'ਚ ਕੁਛ ਲੋਕ ਕਹਿੰਦੇ ਉਹਨੂੰ ਹਰਾਉਣ ਦੀ ਕੋਸ਼ਿਸ਼ ਕੀਤੀ ਕਿ ਲੇਕਿਨ ਉਹ ਆਪਣੇ ਰਸੂਖ ਦਾ ਜਿੱਤ ਗਿਆ। ਜਿਹੜਾ ਬੰਦਾ 22 ਇਲੈਕਸ਼ਨ ਦੂਜੀ ਸਰਕਾਰ ਦੇ ਹੁੰਦੇ ਸਕਦਾ ਤੇ ਫਿਰ ਬਾਕੀ ਇਲੈਕਸ਼ਨ ਦੀ ਕਿਹੜੀ ਗੱਲ। ਹੁਣ ਉਹਨੇ ਕੀ ਕੀਤਾ? ਉਹਨੇ ਦੁਖੀ ਹੋ ਕੇ ਜੋ ਕੀਤਾ, ਦੁਖੀ ਹੋ ਕੇ ਉਹਨੇ ਇੰਨੀ ਗੱਲ ਕਹੀ ਵੀ ਵੇਖੋ ਜੀ ਮੈਂ ਵੋਟ ਪਾਉਣ ਨਹੀਂ ਜਾਣਾ। ਹਾਲੀ ਕਿ ਉਹ ਪੰਜਾਬ ਵਿਧਾਨ ਸਭਾ ਵਿੱਚ ਪਾਰਟੀ ਦਾ ਆਗੂ ਹੋਗਾ, 3 ਬੰਦੇ ਪਾਰਟੀ ਆਗੂ। ਉਹ ਕਹਿੰਦਾ ਜਦੋਂ ਇਹ ਫੈਸਲਾ ਲਿਆ ਗਿਆ, ਮੈਂ ਪਾਰਟੀ ਆਗੂ ਸੀ, ਮੈਂ ਜਿੱਤਿਆ ਹੋਇਆ ਵਿਧਾਇਕ ਸੀਗਾ, ਮੇਰੇ ਨਾਲ ਗੱਲ ਹੀ ਨਹੀਂ ਕੀਤੀ, ਮੈਨੂੰ ਦੱਸਿਆ ਨਹੀਂ ਕਿ ਆਹ ਕੰਮ ਕਰਨਾ ਤੇ ਮੈਂ ਕਿਉਂ ਜਾਵਾਂ। ਦੂਸਰੀ ਚੀਜ਼ ਉਹ ਕਹਿੰਦਾ ਵੀ ਅੱਜ ਤੱਕ ਅਸੀਂ ਬੀਜੇਪੀ ਦੀ ਜਿਹੜੀ ਸੀ ਉਹ ਪਾਣੀ ਭਰਦੇ ਰਹੇ ਤੇ ਬੀਜੇਪੀ ਨੇ ਸਾਡਾ ਸਵਾਰਿਆ ਕੀ ਅੱਜ ਤੱਕ ਜੀ, ਸਾਨੂੰ ਬੀਜੇਪੀ ਦੱਸ। ਤੀਸਰੀ ਚੀਜ਼ ਉਹ ਕਹਿੰਦਾ ਪਹਿਲੀ ਗੱਲ ਤਾਂ ਤੁਹਾਨੂੰ ਇੱਕ ਕਮੇਟੀ ਬਣਾ ਕੇ ਸਾਰੇ ਪੰਜਾਬ ਦਾ ਦੌਰਾ ਨਹੀਂ ਪਾਉਣਾ ਚਾਹੀਦਾ। ਇਕਬਾਲ ਸਿੰਘ ਝੁੰਗੇ ਦੀ ਡਿਊਟੀ ਲਾਈ, ਤੁਸੀਂ ਕਿਹਾ ਪਤਾ ਕਰੋ ਬਕਾਇਦਾ ਤੌਰ ਤੇ ਵੀ ਲੋਕ ਕੀ ਚਾਹੁੰਦੇ, ਸਾਡੇ ਵਰਕਰ ਤੇ ਸਮਰਥਕ ਕੀ ਚਾਹੁੰਦੇ। 117 ਦੇ ਵਿੱਚੋਂ ਉਹ 100 ਹਲਕਿਆਂ 'ਚ ਗਏ ਤੇ 100 ਹਲਕਿਆਂ ਜਾ ਕੇ ਪਤਾ ਕੀਤਾ ਤੇ ਸਾਰੇ ਵਰਕਰ ਦੇ ਸਮਰਥਕ ਕਿਹਾ ਵੀ ਜਿਹੜੀ ਸਾਡੀ ਰਵਾਇਤ ਰਹੀ ਹੈ ਪਹਿਲਾਂ ਉਹਦੇ ਮੁਤਾਬਕ ਲੀਡਰਸ਼ਿਪ ਚੇਂਜ ਕੀਤੀ ਜਾਏ ਜੀ, ਤੁਸੀਂ ਉਹ ਵੀ ਨਹੀਂ ਕੀਤੀ। ਉਹਨੇ ਇਹ ਵੀ ਗੱਲ ਕਹੀ ਵੀ ਜਿਹੜੇ ਗਲਤ ਫੈਸਲੇ ਲਏ ਅਜੇ ਤੱਕ ਉੱਤੇ ਬਹਿ ਕੇ ਅਸੀਂ ਵਿਚਾਰ ਨਹੀਂ ਕੀਤੀ। ਰਾਜ ਸਭਾ ਛੱਡ ਕੇ ਜੇ ਪਾਰਟੀ ਦਾ ਕੰਮ ਕੀਤਾ ਜਾਵੇ ਤੇ ਫਿਰ ਪਾਰਟੀ ਜਿਹੜੀ ਆ ਉਹ ਜ਼ਿਆਦਾ ਮਜ਼ਬੂਤ ਹੋ। ਤਾਂ ਉਹ ਕਹਿੰਦਾ ਵੀ ਨਾ ਤੁਸੀਂ ਮੇਰੇ ਕੋਲ ਰਾਏ ਲਈ ਆ, ਨਾ ਗੱਲ ਕੀਤੀ ਤੇ ਮੈਂ ਵੋਟ ਕਿਉਂ ਪਾਵਾਂ। ਨਾਲੇ ਬੀਜੇਪੀ ਦੀ ਕਾਂਗਰਸ ਨੂੰ ਪਾ ਨਹੀਂ ਸਕਦਾ ਕਿਉਂ ਕਾਂਗਰਸ ਨੇ ਜੋ ਸਾਡਾ ਦਰਬਾਰ ਸਾਹਿਬ ਤੇ ਹਮਲਾ ਕੀਤਾ ਕੱਲ ਤੇ ਮੈਂ ਕਦੇ ਵੀ ਨਹੀਂ ਪਾ ਸਕਦਾ ਕਾਂਗਰਸ ਨੂੰ, ਤੇ ਬੀਜੇਪੀ ਨੂੰ ਬੜਾ ਸਾਰਾ ਸਵਾਰਿਆ ਕੁਛ ਨਹੀਂ ਹੁੰਦਾ। ਇਸ ਕਰਕੇ ਉਹਨੇ ਸਵਾਲ ਉਠਾਏ ਆ ਤੇ ਉਹਦੇ ਸਵਾਲ ਅੱਜ ਚਰਚਾ ਦਾ ਵਿਸ਼ਾ ਨੇ ਜੀ। ਅਜੇ ਤੱਕ ਅਕਾਲੀ ਦਲ ਦਾ ਕੋਈ ਵੀ ਲੀਡਰ ਨਹੀਂ ਬੋਲਿਆ ਉਹਦੇ ਸਵਾਲ ਦੇ ਉੱਤੇ ਵੀ ਕੋਈ ਜਵਾਬ ਹੀ ਦੇ ਦੇਵੇ ਤਾਂ ਵੀ ਅਸੀਂ ਕੀ ਕਰਾਂਗੇ। ਕੱਢਣੋ ਤੁਸੀਂ ਰਹਿ ਉਹਨੂੰ ਆਪਣੀ ਪਾਰਟੀ 'ਚ ਹੁਣ ਇਸ ਵੇਲੇ ਜਿਹੜੀ ਸਿਚੁਏਸ਼ਨ ਬਣੀ ਪਈ ਹੈ ਜੀ। ਇਸ ਕਰਕੇ ਮਨਪ੍ਰੀਤ ਸਿੰਘ ਅਯਾਲੀ ਆ ਉਹ ਸੁਲਝਿਆ ਹੋਇਆ ਇਨਸਾਨ ਆ, ਘਰੋਂ ਵੀ ਮਜ਼ਬੂਤ ਆ, ਲੋਕਾਂ 'ਚ ਵੀ ਹਰਮਨ ਪਿਆਰਾ ਵਾ। ਜਦੋਂ ਉਹਨੇ ਵੇਖਿਆ ਕਿ ਹੁਣ ਮੇਰੀ ਦਾਲ ਨਹੀਂ ਗਲਦੀ ਫਿਰ ਉਹਨਾਂ ਨੇ ਇਹ ਸਟੈਪ ਚੁੱਕਿਆ। ਵਧੀਆ ਸਟੈਪ ਆ, ਸਮੇਂ ਤੇ ਸਟੈਪ ਆ।
मैं 1980 की गल करता, पार्टी हरगी जी पार्टी हरगी ते बकायदा तौर पर साधू सिंह भौरा जहदर अकाल तख्त हुंदे सी, उन्हें क्या सारे जिहड़े प्रधान ने अपने अस्तीफे जाओ, आप मुड़ गठन करिए सारे अकाली दल। अस्तीफे देते, लेकिन जगदेव सिंह तलवंडी हुंदे सी, वो नहीं सी अस्तीफा। ते जगदेव सिंह तलवंडी नूं अंबाले एक कॉन्फ्रेंस होई सी अकालियां दी, उत्थे बोलण नहीं सी प्रधान नूं बजा तू अकाल तख्त दा भगोड़ा। अज भी मान ने भी कहा, बाकी ने भी कहा कि जहेदार अकाल तख्त नूं इहदे कोई कार्रवाई करनी चाहिए है, पंथक इन्हां दी गल चलनी चाहिए। जहेदार भी कह चुका वा, लेकिन जहेदी मनदा कौन अज तक जी। हुण उदों फिर ਇਹਦੇ ਕੀ ਕੀਤਾ, ਜਦੋਂ ਬੋਲਣ ਦਿੱਤਾ ਤੇ ਉਹ ਕਹਿੰਦਾ ਫਿਰ ਵੀ ਇਹ ਜਿਹੜਾ ਭੌਰਾ ਨਾ ਇਹਨੇ ਮੇਰਾ ਬੜਾ ਬੇੜਾਗਰ ਕੀਤਾ, ਇਹ ਟੋਲੇ ਦੀਆਂ ਕੀਤੇ। ਚਲੋ ਜੀ, ਫਿਰ ਇਹਨੂੰ ਛੁੱਟੀ ਕਰ ਦੇ, ਇਹਦੀ ਛੁੱਟੀ ਕਰਦੇ ਤੇ ਅਸਤੀਫਾ ਦੇ ਦਿੰਦਾ। ਤੇ ਟੋਲੇ ਨੇ ਕਿਹਾ ਇਹ ਕਿਹੜਾ ਕੰਮ ਆ, ਜਿਹੜੇ ਸਾਧੂ ਸਿੰਘ ਭੌਰਾ ਸੀ ਉਹ ਪੁਲਿਸ ਦੀ ਨੌਕਰੀ ਛੱਡ ਕੇ ਅਕਾਲੀ ਦਲ ਚ ਆਏ ਸੀ, ਅਕਾਲ ਤਖਤ ਦੇ ਜਥੇਦਾਰ ਬਣੇ ਤੇ 7 ਭਾਸ਼ਾਵਾਂ ਹੋਣੀਆਂ ਸੀ ਉਹਨਾਂ ਨੂੰ, ਬਹੁਤ ਟੈਗਰ ਬੰਦਾ ਸੀ। ਤੇ ਟੌੜੇ ਨੇ ਕੀ ਕੀਤਾ, ਤੋਰਤਾ। ਜਦੋਂ ਜਿਹੜਾ ਕਹਿੰਦਾ ਸੀ ਸਾਧੂ ਸਿੰਘ ਭੌਰਾ, ਕਹਿੰਦੇ ਜਦ ਤੱਕ ਟੌੜਾ ਤਬ ਤੱਕ ਭੌਰਾ, ਇਹ ਗੱਲ ਕਹਿੰਦਾ ਹੁੰਦਾ ਸੀ। ਲੇਕਿਨ ਇਹ ਨਹੀਂ ਸੀ ਪਤਾ ਕਿ ਜਦੋਂ ਇਹ ਲੀਡਰ ਆਪਣੀ ਆਈ ਤੇ ਆ ਜਾਣ, ਸਵਾਰ ਤੇ ਆ ਜਾਣ, ਚੁੱਕ ਕੇ ਬਾਹਰ ਮਾਰਦੇ ਆ। 10 ਵਜੇ ਉਹਨਾਂ ਨੂੰ ਆਰਡਰ ਦੇ ਦਿੱਤੇ, ਭਾਈ ਤੁਹਾਡੀ ਛੁੱਟੀ ਕਰ ਦਿੱਤੀ ਗਈ ਹੈ ਜੀ, ਆ ਚੁੱਕੋ ਆਪਣੇ ਆਰਡਰ ਤੇ। 4 ਵਜੇ ਜਿਹੜਾ ਅਸੀਂ ਬਕਾਇਦਾ ਤੌਰ ਤੇ ਉਹਨਾਂ ਆਪਣਾ ਕੁਆਟਰ ਖਾਲੀ ਕਰ ਜੀ। ਭੱਟੀ ਸਾਹਿਬ ਸਾਰੇ ਕਾਲਾਂ ਫਲੈਸ਼ ਕਰ ਰਹੇ ਨੇ, ਅਸੀਂ ਸਾਡੇ ਕੋਲ ਟਾਈਮ 10 ਮਿੰਟ ਦਾ ਆ ਤੇ ਆਪਾਂ ਕਾਲਸ ਲੈ ਲਈਏ, ਫਿਰ ਉਹਨਾਂ ਦੇ ਵਿਚਾਰ, ਫਿਰ ਤੁਸੀਂ ਵੀ ਕਾਲਰਸ ਨੂੰ ਬੇਨਤੀ ਕਿ ਸਵਾਲ ਛੋਟਾ ਹੋਵੇ ਤਾਂ ਆਪਾਂ ਫਟਾਫਟ ਆ ਤੁਹਾਡੇ ਆਨਸਰਸ ਭੱਟੀ ਸਾਹਿਬ ਤੋਂ ਲਈਏ। ਸਤਿ ਸ਼੍ਰੀ ਅਕਾਲ ਜੀ। ਜੀ ਮਤਲਬ ਨਹੀਂ ਹੈ, ਕਿਉਂਕਿ ਭਗਤ ਸਿੰਘ ਦਾ ਆਰੀਆ ਸਮਾਜ ਜੀ ਉਹ ਸੀਗਾ, ਉਹ ਬੀਜੇਪੀ ਵੱਲੋਂ ਖਿੱਚਿਆ ਗਿਆ। ਹੁਣ ਮੁੱਦਾ ਉਹਨਾਂ ਨੂੰ ਚਾਹੀਦਾ, ਕਿਉਂਕਿ ਇਹ ਹੁਣ ਲੈ ਗਿਆ ਆਪਣੇ ਆਪ ਵਾਲੇ ਲਾਦਾ, ਬਸ ਆਹ ਹੀ ਹੈ, ਕਿਸੇ ਨੂੰ ਭਗਤ ਸਿੰਘ ਨਾਲ ਕੋਈ ਮਤਲਬ ਨਹੀਂ ਹੈ। ਕੀ ਤੁਹਾਡੇ ਵਿਚਾਰ ਨੇ ਜੀ? ਦੇਖੋ ਜੀ, ਉਹ ਆਰੀਆ ਸਮਾਜੀ ਹੋਵੇ ਜਾਂ ਜਿਹੜਾ ਮਰਜ਼ੀ ਸਮਾਜੀ ਹੋਵੇ, ਉਹਦੇ ਪਰਿਵਾਰ ਦਾ ਸਿੱਖੀ ਪਿਛੋਕੜ ਸੀਗਾ। ਅੱਜ ਮੈਨੂੰ ਇਹ ਦੱਸੋ, ਜਿਹੜੇ ਜਾ ਕੇ ਮੰਦਰਾਂ 'ਚ ਟਿੱਕੇ ਲਵਾਉਂਦੇ ਆ ਉਹ ਕੌਣ? ਮਾਨਸਾ ਨੇ ਇਲੈਕਸ਼ਨ ਜਿਹੜੀ ਟਿੱਕੇ ਨਹੀਂ ਜਾ ਕੇ ਲਵਾਇਆ ਆਪ ਇਹਨਾਂ ਨੇ, ਤਦ ਨਹੀਂ ਜਾ ਕੇ ਸਰਕਾਇਆ ਇਹਨਾਂ ਨੇ, ਯਾਰੀ ਸਮਾਜੀ ਬਣ ਗਏ ਉੱਥੇ ਜਾ ਕੇ। ਅੱਜ ਵੀ ਉਹਨਾਂ ਪਰਿਵਾਰ ਕਹਿੰਦਾ ਅਸੀਂ ਵਫਦ ਕਰਦੇ ਹਾਂ, ਉਹਨਾਂ ਪਰਿਵਾਰ ਕਹਿੰਦਾ ਹੁਣ ਕਰਦੇ ਨਹੀਂ, ਗੱਲ ਨਹੀਂ। ਉਹਨਾਂ ਦੇ ਸੰਧੂ ਭਤੀਜਾ ਛੁੱਟਾ ਹੋਇਆ ਹੁੰਦਾ ਸੀ ਕਿ ਅਸੀਂ ਆਰੀਆ ਸਮਾਜ ਨੂੰ ਮੰਨਦੇ ਹਾਂ, ਲੇਕਿਨ ਅਸੀਂ ਪਿਛੋਕੜ ਦੀ ਗੱਲ ਕਰਦੇ ਉਹਨਾਂ ਦੀ ਵੀ ਉਹਦੀ ਕੁਰਬਾਨੀ ਕਿੰਨੀ ਹੈ। ਅਸੀਂ ਸਿੱਖੀ ਦੀ ਵੀ ਗੱਲ ਨਹੀਂ ਕੀਤੀ, ਜੀ ਅਸੀਂ ਉਹਦੀ ਕੁਰਬਾਨੀ ਦੀ ਗੱਲ ਕੀਤੀ। ਭਾਵੇਂ ਆਰੀਆ ਸਮਾਜੀ ਹੋਵੇ, ਭਾਵੇਂ ਜਿਹੜਾ ਮਰਜ਼ੀ ਹੋਵੇ, ਉਹਨਾਂ ਇਹ ਨਹੀਂ ਕਿਹਾ ਵੀ ਸਿੱਖਾਂ ਦੀ ਜਿੱਦੀ ਚਾਹੀਦੀ ਹੈ, ਉਹਨਾਂ ਇਹ ਨਹੀਂ ਕਿਹਾ ਸਾਈਂ ਦੀ ਚਾਹੀਦੀ, ਉਹਨਾਂ ਨੇ ਕਿਹਾ ਇਹ ਨਹੀਂ ਕਿਹਾ ਹਿੰਦੂਆਂ ਦੀ, ਉਹਨੇ ਕਿਹਾ ਸਾਡਾ ਦੇਸ਼ ਜਗ ਵਾਸਤੇ ਜੀ। And the next call on the air 905 813 1320। ਸਤਿ ਸ਼੍ਰੀ ਅਕਾਲ ਕਾਲਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਕਹਿਣਾ ਚਾਹੂੰਗਾ ਮਾਨ ਸਾਹਿਬ ਬਾਰੇ, ਦੇਖੋ ਸਾਰੇ ਲੋਕ ਭਗਤ ਸਿੰਘ ਨੂੰ ਬੜਾ ਸ਼ਹੀਦ ਤੇ ਕੁਰਬਾਨੀਆਂ ਵਾਲਾ ਮੰਨਦੇ ਨੇ, ਪਰ ਜੇ ਇਹਨੇ ਇਹ ਗੱਲ ਕਰਨੀ ਸੀ ਆਪਣੇ ਸਿਮਰਨਜੀਤ ਸਿੰਘ ਮਾਨ ਨੇ, ਤੇ ਇਹ ਗੱਲ ਫਿਰ ਵੋਟਾਂ 'ਚ ਕਰਦਾ ਵੋਟਾਂ 'ਚ ਕਰਦਾ ਵੀ ਫਿਰ ਇਹਨੂੰ ਪਤਾ ਲੱਗ ਜਾਂਦਾ, ਫਿਰ ਇਹਨੂੰ ਸਬਕ ਸਿਖਾ ਦਿੰਦੇ ਲੋਕ। ਇਹਨੇ ਦੇਖੋ ਝੂਠੀਆਂ ਮੂਠੀਆਂ ਗੱਲਾਂ ਕਰਕੇ ਬਈ ਮੈਨੂੰ ਜਿਹੜਾ ਸਿੱਧੂ ਸੀਗਾ ਮੂਸੇ ਵਾਲਾ, ਉਹਨੇ ਵਿਸ਼ਵਾਸ ਦਿੱਤਾ ਸੀ, ਤੇ ਜਾਂ ਮੇਰਾ ਦੀਪ ਸਿੱਧੂ ਮੇਰਾ ਸਮਰਥਕ ਸੀ, ਇਹ ਲੋਕਾਂ ਨੂੰ ਭੁਚਲਾ ਕੇ ਵੋਟਾਂ ਲੈ ਗਿਆ। ਤੇ ਫਿਰ ਜੇ ਇਹ ਗੱਲ ਕਰਦਾ ਉੱਥੇ ਆ ਕੇ ਆਪਣੇ ਵੋਟਾਂ ਦੇ ਵਿੱਚ ਵੀ ਮੈਂ ਨਹੀਂ ਭਗਤ ਸਿੰਘ ਨੂੰ ਸ਼ਹੀਦ ਮੰਨਦਾ, ਉਹਨੂੰ ਅੱਤਵਾਦੀ ਮੰਨਦਾ, ਤੇ ਫਿਰ ਉਹ ਗੱਲ ਕੁਝ ਹੋਰ ਹੋਣੀ ਸੀ, ਉਹ ਗੱਲ ਕੁਝ ਹੋਰ ਹੋ ਜਾਣੀ ਸੀ। ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ। ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ ਜੀ, ਉਹਨਾਂ ਦੀ ਬਿਲਕੁਲ ਗੱਲ ਠੀਕ ਹੈ ਵੀ ਇਹ ਉਦੋਂ ਕਹਿੰਦੇ ਕਿ ਅਸੀਂ ਭਗਤ ਸਿੰਘ ਨੂੰ ਸ਼ਹੀਦ ਵੀ ਮੰਨਦੇ, ਤੇ ਜਿੰਨੇ ਕਾਮਰੇਡ ਸੀ, ਜਿੰਨੇ ਦੂਜੇ ਸੀ, ਕਿਸੇ ਵੋਟ ਨਹੀਂ ਸੀ ਭਗਤ ਸਿੰਘ 14 ਨਹੀਂ ਸੀ, ਨੌਜਵਾਨਾਂ ਵੋਟ ਨਹੀਂ ਸੀ ਪਾਉਣੀ। ਬਿਲਕੁਲ 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 ਜੀ। ਲੈਂਦੇ ਆ ਨੈਕਸਟ ਕਾਲ ਔਨ ਦੀ 에ਅਰ। ਸਤਿ ਸ਼੍ਰੀ ਅਕਾਲ ਜੀ ਕਾਲਰ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਕਾਲਰ, ਤੁਸੀਂ ਔਨ ਦੀ 에ਅਰ ਹੋ? ਹੈਲੋ, ਹਾਂਜੀ ਸਰ, ਤੁਸੀਂ ਔਨ ਦੀ 에ਅਰ ਹੋ ਜੀ? ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ। ਮੈਂ ਸਾਧੂ ਭੌਰੇ ਬਾਰੇ ਦੱਸਣਾ ਚਾਹੁੰਦਾ ਸੀ, ਬਹੁਤ ਲਾਇਕ ਬੰਦਾ ਸੀ ਉਹ ਜੀ। ਉਹ ਬੰਦਾ ਅਕਾਲੀਆਂ 'ਚ ਹੋਇਆ ਹੀ ਕੋਈ ਨਹੀਂ ਜੀ। ਜੀ ਜੀ ਜੀ, ਬਿਲਕੁਲ ਠੀਕ ਕਹਿ ਰਹੇ ਹੋ, ਬਿਲਕੁਲ ਠੀਕ। ਉਹ ਏਦਾਂ ਨਾ, ਉਹ ਸਾਡੇ ਪਿੰਡ ਦਾ ਜਿਹਾ ਬੰਦਾ ਸੀ,
ਭੋਰੇ ਦਾ ਸਾਡਾ ਪਿੰਡ ਡੌਰਾ ਆ, ਉਹ ਸਾਡੇ ਪਿੰਡ ਪਾਕਿਸਤਾਨ 'ਚ ਰਹਿੰਦਾ ਸੀ ਜੀ 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 ਤੇ ਉਹ ਏਡਾ ਸੱਚਾ ਸੁੱਚਾ ਜਰੋਲਾ ਉਹ ਸਿਵਾ ਦਿੱਤਾ ਅਕਾਲ ਤਖਤ ਦਰਗਾਹ ਸਾਹਿਬ ਉਹ ਪ੍ਰਚਾਰਕ ਵੀ ਸੀ ਪਿੰਡਾਂ ਜਾ ਕੇ ਪ੍ਰਚਾਰ ਕਰਦਾ ਸੀ ਸਿੱਖੀ ਦਾ ਜੀ ਜੀ ਸੱਚੇ ਸਾਰੀਆਂ ਗੱਲਾਂ ਸੱਚੀਆਂ ਕਰਦੀਆਂ ਜੀ ਜੀ ਉਹਨੇ ਜੀ 5 ਗੱਲਾਂ ਕਹੀਆਂ ਸੀ ਹਾਂਜੀ ਕਹਿੰਦਾ ਹਵਾਈ ਜਹਾਜ਼ ਹਿੱਲਾਂਗੇ ਗੁਰੂ ਦੇ ਟਰੱਕ ਤੇ ਟੋਗੇ ਉਹਦੇ 3-4 ਗੱਲਾਂ ਮੈਨੂੰ ਚੇਤੇ ਆ 2-3 ਭੁੱਲ ਗਈ ਆ ਜੀ ਜੀ ਜਦ ਉਹਦਾ ਬੰਦਾ ਲੈ ਕੋਈ ਨਹੀਂ ਹੋ ਸਕਦਾ। ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮਚ ਅੰਕਲ ਜੀ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਜੀ ਲਾਸਟ 2 ਕਾਲਸ ਭੱਟੀ ਸਾਹਿਬ ਲੱਗਦਾ ਤੁਹਾਨੂੰ ਮੰਡੇ ਨੂੰ ਲੈ ਕੇ ਆਉਣਾ ਚਾਹੀਦਾ ਹਰ ਮੰਡੇ ਨੂੰ ਕੋਈ ਗੱਲ ਨਹੀਂ ਮੁਝੇ ਲੱਗੀ ਨੈਕਸਟ ਕਾਲ ਆਉਂਦੀ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ 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 ਇਹ ਜਿਹੜਾ ਜੀ ਮਾਨ ਸਾਹਿਬ ਨੇ ਬਿਆਨ ਦਿੱਤਾ ਮਾੜਾ ਦਿੱਤਾ ਇੰਨਾ ਨਹੀਂ ਵਧੀਆ ਨਹੀਂ ਦੇਣਾ ਬੜੇ ਸੁਲਝੇ ਹੋਏ ਬੰਦੇ ਸੀਗੇ ਜੀ ਪਰ ਇਹਨਾਂ ਨੂੰ ਕੁਛ ਨਹੀਂ ਕਿਸੇ ਨੇ ਕੁਛ ਨਹੀਂ ਕਹਿਣਾ ਕਿਉਂਕਿ ਇਹਨਾਂ ਦੇ ਮਗਰ ਜੱਟ ਸਾਹਿਬ ਲੱਗਾ ਹੈ ਮਾੜੀ ਗੱਲ ਇਹਦੇ ਬਾਰੇ ਕੋਈ ਕੀ ਖਿਆਲ ਹੈ ਤੁਹਾਡਾ ਜੀ ਭੱਟੀ ਸਾਹਿਬ ਉਹ ਖਿਆਲ ਤੁਸੀਂ ਦੱਸ ਹੀ ਦਿੱਤਾ ਜੀ ਵਾਕਿਆ ਤੁਹਾਡੀ ਗੱਲ ਸੀ ਉਹਨੇ ਗਲਤੀ ਕੀਤਾ ਨਹੀਂ ਸੀ ਕਰਨਾ ਚਾਹੀਦਾ ਚਲੋ ਕਹਿ ਦਿੰਦੇ ਜੀ ਮੇਰੀ ਵਿਚਾਰ ਹੈ ਅੱਜ ਮੈਂ ਕਹਿੰਦਾ ਇਹ ਗੱਲ ਹੁਣ ਉਹਨਾਂ ਦੇ ਜਿਹੜੇ ਪ੍ਰੋਫੈਸਰ ਸਾਹਿਬ ਨੇ ਮਹਿੰਦਰਪਾਲ ਹੋਰੀ ਜੀ ਉਹ ਅੱਤਵਾਦੀ ਨਹੀਂ ਕਹਿੰਦੇ ਜੀ ਉਹ ਕਹਿੰਦੇ ਸ਼ਹੀਦ ਨਹੀਂ ਮੰਨਦੇ ਅਸੀਂ ਕ੍ਰਾਂਤੀਕਾਰੀ ਮੰਨਦੇ ਹਾਂ ਭੱਟੀ ਸਾਹਿਬ ਕੱਲ ਫੜਨਾ ਵਾ ਪੁੱਟ ਕੇ ਫੜਨਾ ਵਾ ਆਪਾਂ ਕਾਲਸ ਲੈ ਲੈਣੇ ਆ ਉਸ ਤੋਂ ਬਾਅਦ ਫਿਰ ਤੁਸੀਂ ਆਪਣੇ ਐਂਡ ਦੇ ਵਿੱਚ ਨਿਚੋੜ ਕੱਢ ਲੈਣਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭੱਟੀ ਸਾਹਿਬ ਮੇਰਾ ਸਵਾਲ ਥੋੜਾ ਵੱਖਰਾ ਹੈ ਜੀ ਜੀ ਇਹ ਜਿਹੜਾ ਨਾ ਜੀ ਸਿਮਰਜੀਤ ਸਿੰਘ ਮਾਨ ਜਿਵੇਂ ਵੀ ਜਿੱਤੇ ਉਹਨਾਂ ਚੋਣਾਂ ਦੇ ਵਿੱਚ ਆਹ ਜਿਹੜਾ ਬਿਆਨ ਹੈ ਜੀ ਉਹਨਾਂ ਦਾ ਸ਼ਹੀਦ ਭਗਤ ਸਿੰਘ ਬਾਰੇ ਇਹ ਬਿਆਨ ਹੁੰਦਾ ਕਈ ਸਾਲ ਪੁਰਾਣਾ ਬਿਆਨ ਹੈ ਜੀ ਮੈਨੂੰ ਲੱਗਦਾ ਜੀ ਆਮ ਆਦਮੀ ਪਾਰਟੀ ਵਾਲੇ ਜਾਂ ਹੋਰ ਵੀ ਜਿਹੜੇ ਵਿਰੋਧੀ ਪਾਰਟੀਆਂ ਵਾਲੇ ਅੱਜ ਉਸ ਬਿਆਨ ਤੇ ਰੌਲਾ ਪਾਈ ਜਾਂਦੇ ਆ ਉਹ ਚੋਣਾਂ ਵਿੱਚ ਇਸ ਬਿਆਨ ਨੂੰ ਅੱਗੇ ਲਿਆਉਣ ਤੋਂ ਖੁੰਝ ਗਏ ਜੀ ਤੇ ਉਹਨਾਂ ਨੇ ਉਸ ਖੁੰਝਣ ਕਰਕੇ ਜਦੋਂ ਦਿੱਲੀ ਸਹੁੰ ਚੁੱਕਣ ਚੱਲੇ ਰਾਹ ਚ ਕਿਸੇ ਤੋਂ ਕਹਿ ਕੇ ਇਹ ਸਵਾਲ ਸਪੈਸ਼ਲੀ ਪੁੱਛਿਆ ਗਿਆ ਜੀ ਜਿਹੜਾ ਕਿ ਹੁਣ ਮੁੱਦਾ ਬਣਾਇਆ ਗਿਆ ਚੋਣਾਂ 'ਚ ਮੁੱਦਾ ਬਣਾਉਣ ਵੇਲੇ ਖੁੰਝ ਗਏ ਜੀ ਆਮ ਆਦਮੀ ਪਾਰਟੀ ਦੇ ਇਹ ਮੰਨਦੇ ਨਹੀਂ ਹੁਣ ਇਹ ਗੱਲ ਅਸਲ 'ਚ ਇਹੀ ਹੈ ਜੀ ਕਿਉਂਕਿ ਜੇ ਉਦੋਂ ਇਹ ਮੁੱਦਾ ਬਣਾ ਲੈਂਦੇ ਇਹ ਉਦੋਂ 2 ਸਾਲ ਪੁਰਾਣੀ ਇੰਟਰਵਿਊ ਦੀ ਸਵਾਲ ਪੁੱਛ ਲੈਂਦੇ ਸ਼ਾਇਦ ਇਹ ਸਿਚੁਏਸ਼ਨ ਨਾ ਹੁੰਦੀ ਜੀ ਇਹ ਮੇਰਾ ਮੰਨਣਾ ਜੀ ਇੰਟਰਸਟਿੰਗ ਦੇਖੋ ਜੀ ਜਿਹੜੀ ਗੱਲ ਤੁਸੀਂ ਕਹੀ ਆ ਜੀ ਸ਼ੁਰੂ ਚ ਗੱਲ ਸਹੀ ਕੀਤੀ ਜੀ ਪੂਰੀ ਤੁਸੀਂ ਜਿਹੜਾ ਤੂੰ ਫੜਿਆ ਉਹਨੇ ਸ਼ੁਰੂ ਕੀਤੀ ਹਾਂਜੀ ਕਰਤੀ ਆਪਾਂ ਗੱਲ ਦੇ ਬਾਰੇ ਜੀ ਕੁਝ ਕੀਤੀ ਗੱਲ ਜੀ ਭੱਟੀ ਸਾਹਿਬ ਸਾਰੀਆਂ ਕਾਲਾਂ ਫਲੈਸ਼ ਕਰ ਗਏ ਨੇ ਬਾਕੀ ਜਿਹੜੀ ਗੱਲ ਤੁਸੀਂ ਕਹੀ ਆ ਜੀ ਅੱਜ ਚਾਵਲਾ ਸਾਹਿਬ ਮੈਨੂੰ ਕੈਂਸਰ ਹੀ ਕਹਿੰਦੇ ਵੀ ਤੁਹਾਡੇ ਕੋਲ ਟਾਈਮ ਹੈਗਾ ਮੈਂ ਕਿਹਾ ਜੀ ਮੈਂ ਜੇ ਕੋਈ ਨਹੀਂ ਕਰ ਫਿਕਰ ਕਰੋਗੇ ਮਦਦ ਕਰਾਂਗੇ ਮੈਂ ਅਸੀਂ ਲਾਸਟ 3 ਕਾਲਸ ਅਸੀਂ ਤੇ ਲਾਸਟ 3 ਕਾਲਸ ਲੈ ਰਹੇ ਨੇ ਜੀ ਸਤਿ ਸ਼੍ਰੀ ਅਕਾਲ ਕਾਲਰ ਹੈਲੋ ਸਤਿ ਸ਼੍ਰੀ ਅਕਾਲ ਜੀ ਅਰਸ਼ ਜੀ ਦੇ ਭੱਟੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਜੀ ਤੁਹਾਡੀ ਇਨਫੋਰਮੇਸ਼ਨ ਜਿੰਨੀ ਡਿਸਕਸ਼ਨ ਤੁਹਾਨੂੰ ਪਤਾ ਹੈ ਚਾਵਲਾ ਸਾਹਿਬ ਤੁਹਾਡਾ ਪ੍ਰੋਗਰਾਮ ਇੰਨਾ ਵਧੀਆ ਸੀ ਬੜੀ ਰੂਹ ਨਾਲ ਸੁਣੀਦਾ ਜੀ ਬਹੁਤ ਬਹੁਤ ਧੰਨਵਾਦ 9 ਵਜੇ ਤੋਂ ਲੈ ਕੇ ਜੀ ਜਿੰਨੇ ਵਜੇ ਤੱਕ ਚੱਲਦਾ ਉਹਨਾਂ ਵਜੇ ਤਾਈਂ ਸ਼ਾਮ ਨੂੰ ਜਿੰਨੇ ਤੋਂ ਤਿੰਨੇ ਤਾਵੇਂ ਜੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸੋ ਮਚ ਤੇਰੇ ਵਰਗਾ ਪੁੱਤ ਇੰਨਾ ਵਧੀਆ ਹੋਵੇ ਇੰਨਾ ਪ੍ਰੋਗਰਾਮ ਵਧੀਆ ਦਿੰਦਾ ਹੋਵੇ ਭੱਟੀ ਸਾਹਿਬ ਵਰਗੇ ਅਕੀਦਾ ਸਾਹਿਬ ਵਰਗੇ ਤੁਹਾਡੇ ਜਰਨਲਿਸਟ ਨਾਲ ਹੋਣ ਤੋਂ ਇਦੋਂ ਪਰੇ ਹੋਰ ਪ੍ਰੋਗਰਾਮ ਕਿੰਨਾ ਵਧੀਆ ਹੋ ਸਕਦਾ ਹੋਰ ਜੀ ਕੀ ਕਿਹਾ ਜਾ ਸਕਦਾ ਉਹਦੇ ਬਾਰੇ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸੋ ਮਚ ਮੈਂ ਗੱਲ ਕਰਨਾ ਸੀ ਇਹਨਾਂ ਦੇ ਮਾਨ ਸਾਹਿਬ ਬਾਰੇ ਜਦੋਂ ਚਲੋ ਭਗਤ ਸਿੰਘ ਹੁਣੀ ਸਾਡੇ ਵੀ ਰਿਲੇਟਿਵ ਆ ਜੀ ਤੇ ਇਹਨਾਂ ਨੂੰ ਪੁੱਛੋ ਵੀ ਤੁਹਾਡੇ ਵੀ ਖਾਨਦਾਨ 'ਚ ਕੋਈ ਏਦਾਂ ਦਾ ਸ਼ਹੀਦ ਹੋਇਆ ਜਿਹਨੂੰ ਕਿਹਾ ਜਾਵੇ ਕਿ ਅੱਤਵਾਦੀ ਆ ਜੀ ਮਾਨ ਸਾਹਿਬ ਨੂੰ ਪੁੱਛੋ ਇਹਨਾਂ ਦੇ ਖਾਨਦਾਨ 'ਚ ਅੱਗਿਓਂ ਪਿੱਛੋਂ ਕਿਤੇ ਵੀ ਗਦਾਰ ਬੰਦੇ ਜੀ ਚਲੋ ਇਹਨਾਂ ਨੂੰ ਦੱਸੋ ਵੀ ਤੁਹਾਡੇ ਖਾਨਦਾਨ ਕੋਈ ਤੁਹਾਡਾ ਪੁੱਤ ਕੋਈ ਤੁਹਾਡਾ ਪੜਪੋਤਾ ਪੋਤਾ ਜਿਹੜਾ ਐਸ ਏਜ ਦੇ ਵਿੱਚ ਜਾ ਕੇ ਆਪਣੀ ਸ਼ਹੀਦੀ ਪਾਵੇ ਤਾਂ ਉਹਨੂੰ ਤੁਸੀਂ ਕਹੋਗੇ ਬੰਦੇ ਟੈਰਰਿਸਟ ਨੇ ਜੀ ਹੁਣ ਤੁਸੀਂ ਵੀ ਉਹਨਾਂ ਦੇ ਭਗਤ ਸਿੰਘ ਉਹਨਾਂ ਦੀ ਮੂਵੀ ਵਿੱਚ ਕੰਮ ਕੀਤਾ ਸੀ ਜੀ ਫੜੀਕ ਭਗਤ ਸਿੰਘ ਦੀ ਦੇਖੋ ਜੀ ਇਹ ਟੈਰਰਿਸਟ ਕਹਿੰਦੇ ਮੈਂ ਇਹਨਾਂ ਤੋਂ ਭੱਟੀ ਸਾਹਿਬ ਤੋਂ ਆਦੀ ਸੁਣਨਾ ਚਾਹੁੰਦਾ ਜੀ ਵੀ ਹੈ ਕੋਈ ਇਹਨਾਂ ਦੇ ਖਾਨਦਾਨ ਜੋ ਕਿਤੇ ਵੀ ਅੱਗੇ ਪਿੱਛੇ ਜੀ ਵੀ ਜਿਹਨਾਂ ਨੇ ਕੋਈ ਕਿਰਪਾਨੀ ਕੀਤੀ ਇਸ ਏਜ ਦੇ ਵਿੱਚ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮਚ ਕਾਲਰ ਜੀ ਕੁਰਬਾਨੀ ਵਾਲੀ ਗੱਲ ਤੁਸੀਂ ਕੀਤੀ ਕੁਰਬਾਨੀ ਤੇ ਹੈ ਨਹੀਂ ਲੇਕਿਨ ਮਾਨ ਸਾਹਿਬ ਦੀ ਆਪਣੀ ਕੁਰਬਾਨੀ ਤੇ ਹੈਗੀ ਹੈ ਜਿੰਨਾ ਵੇਲੇ ਜਿੱਤੀ ਬੋਲਦਾ ਨਹੀਂ ਸੀ ਉਹਨਾਂ ਵੇਲੇ ਜੇ ਰਾਸ਼ਟਰਪਤੀ ਚਿੱਠੀ ਲਿਖੀ ਤੇ ਇਹਨਾਂ ਦੇ ਫਰੰਟ ਜਾਰੀ ਹੋ ਗਏ ਇਹਨਾਂ ਨੂੰ ਅਫਸਰ ਦੱਸਤਾ ਵੀ ਭੱਜੋ ਇੱਥੋਂ ਬੰਗਾਲ ਗਏ ਬੰਗਾਲ ਤੋਂ ਜਾ ਕੇ ਮੁੜ ਕੇ ਨਾ ਨੇਪਾਲ ਜਾਣ ਦੀ ਕੋਸ਼ਿਸ਼ ਦੀ ਬਾਰਡਰ ਤੇ ਫੜੇ ਗਏ ਜੀ ਥੋੜਾ ਸਮਾਂ ਜੇਲ੍ਹ 'ਚ ਰਹੇ ਨੇ ਉਹ ਵੀ ਇੱਕ ਕੁਰਬਾਨੀ ਹੈਗੀ ਤਾਂ ਕਿਸੇ ਕਰਕੇ ਨਾ ਤੁਹਾਡੀ ਕੁਰਬਾਨੀ ਹੈਗੀ ਤੁਸੀਂ ਕੁਰਬਾਨੀ ਕੀਤੀ ਉਸ ਟਾਈਮ ਦੇ ਉੱਤੇ ਡੀਆਈਜੀ ਨੌਕਰੀ ਕੋਲ ਛੱਡ ਕੇ ਹੁੰਦਾ ਡੀਜੀਪੀ ਰਿਟਾਇਰ ਹੋਣਾ ਸੀਗਾ ਜੀ ਇਸ ਕਰਕੇ ਉਹਨਾਂ ਦੇ ਪਰਿਵਾਰ ਨੇ ਉਹਨਾਂ ਆਪਣੀ ਕੁਰਬਾਨੀ ਜਿਹੜੀ ਹੈਗੀ ਪਰ ਆਹ ਜਿਹੜੀ ਗੱਲਾਂ ਕੁਛ ਹੁੰਦੀਆਂ ਨਾ ਕੰਟਰੋਵਰਸੀ ਕੱਟ ਕੇ ਉਹ ਥੋੜਾ ਜਿਹਾ ਕਵਰ ਕਰ ਦਿੰਦੇ ਜੀ ਲਾਸਟ ਕਾਲ ਫਿਰ ਵਾਈਂਡ ਅਪ ਕਰਦੇ ਸਾਡੇ ਕੋਲ ਸਿਰਫ ਚੰਦ 30 ਸੈਕਿੰਡਸ ਰਹਿ ਗਏ ਨੇ ਜੀ ਸਤਿ ਸ਼੍ਰੀ ਅਕਾਲ ਕਾਲਰ ਚਲੋ ਜੀ ਲਾਸਟ ਕਾਲ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਬੇਟਾ ਜੀ। ਜੀ ਮਿਸਟਰ ਗੋਸਲ ਫਟਾਫਟ ਪਲੀਜ਼ 30 ਸੈਕਿੰਡ ਰਹਿ ਗਏ ਜੀ। ਹੈਲੋ, ਇਹ ਤੁਸੀਂ ਜਿਹੜੇ ਕਹਿੰਦੇ ਨਾ ਕੁਰਬਾਨੀ ਮਾਨ ਸਾਹਿਬ ਦੀ ਆ, ਇਹ ਕਾਹਦੀ ਕੁਰਬਾਨੀ ਹੈ ਜੀ? ਬਹੁਤ ਛੱਡ ਕੇ ਆਏ, ਬਹੁਤ ਨੇ ਛੱਡੀਆਂ, ਇੱਕ ਨਹੀਂ ਛੱਡ ਕੇ ਆਇਆ। ਇਹ ਤਾਂ ਆਪਣੀ ਪੋਲਿਟਿਕਸ ਭਾਲਦਾ ਹੈ ਹਰ ਵੇਲੇ। ਇਹਦਾ ਨਾਨਾ ਕੀ ਕਰਦਾ ਸੀਗਾ? ਇਹਨਾਂ ਨੇ ਕੀਤਾ ਕੀ ਆ? ਕਾਹਦੀ ਕੁਰਬਾਨੀ? ਸ਼ਹੀਦ ਭਗਤ ਸਿੰਘ ਦਾ ਸਾਰਾ ਪਰਿਵਾਰ ਸੀਗਾ, ਉਹਦਾ 2 ਚਾਚੇ ਸੀ, ਇੱਕ ਜਲਾ ਬਚਨ ਹੋਇਆ, ਜੀਤ ਸਿੰਘ ਪਗੜੀ ਸੰਭਾਲੋ ਜੱਟਾ, ਤੁਹਾਨੂੰ ਭੁੱਲ ਗਏ ਉਹਨਾਂ ਦੀ ਹਿਸਟਰੀ ਸਾਰੀ ਹੈ। ਅਸੀਂ ਗੱਲ ਕਰ ਚੁੱਕੇ ਹਾਂ ਮਿਸਿਸ ਗੋਸਲ। ਮਿਸਿਸ ਗੋਸਲ ਅਸੀਂ ਕਰ ਚੁੱਕੇ ਹਾਂ, ਤੁਹਾਡਾ ਗੁੱਸਾ ਜਾਇਜ਼ ਹੈ ਜੀ। ਬਹੁਤ ਬਹੁਤ ਧੰਨਵਾਦ, ਥੈਂਕ ਯੂ। ਤੁਹਾਡਾ ਜ਼ਿਕਰ ਵੀ ਕੀਤਾ ਸੀ ਉਹਦੇ ਚ ਪਹਿਲਾਂ ਨਾ, ਪਰ ਦੁਬਾਰਾ ਆ ਜਾਣਾ। ਉਹਦਾ ਹੈ ਖੂਨ ਚ ਗਲਤੀਆਂ ਪਾਈਆਂ ਆਪਣੇ। ਚਲੋ ਮਿਸਿਸ ਗੋਸਲ ਬਹੁਤ ਬਹੁਤ ਆਪਾਂ ਗੱਲ ਕਰ ਚੁੱਕੇ ਹਾਂ। ਚਲੋ ਮਿਸਿਸ ਗੋਸਲ ਕਰ ਚੁੱਕੇ ਹਾਂ ਆਪਾਂ ਗੱਲ। ਬਹੁਤ ਬਹੁਤ ਧੰਨਵਾਦ। ਮੈਂ ਕਹਿੰਦੀ ਸੌਰੀ ਪੇ ਇਹ ਬੰਦਾ। ਮਿਸਿਸ ਗੋਸਲ ਟਾਈਮ ਮੇਰੇ ਕੋਲ ਸਿਰਫ 20 ਸੈਕਿੰਡ ਹੈ। ਬਹੁਤ ਬਹੁਤ ਧੰਨਵਾਦ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। ਨਾਨੇ ਬਾਰੇ ਬੋਲੇ। ਹਾਂਜੀ ਹਾਂਜੀ, ਬਹੁਤ ਬਹੁਤ ਧੰਨਵਾਦ ਮਿਸਿਸ ਗੋਸਲ, ਬੋਲਦਾ। ਬਹੁਤ ਬਹੁਤ ਧੰਨਵਾਦ ਮਿਸਿਸ ਗੋਸਲ। ਸ਼ਾਂਤ ਸ਼ਾਂਤ ਸਾਰੀ ਕੰਮ ਨੂੰ ਸ਼ਾਂਤ ਮਿਸਿਸ ਗੋਸਲ ਸ਼ਾਂਤ। ਡੋਂਟ ਵਰੀ ਥੈਂਕ ਯੂ ਸੋ ਮਚ, ਥੈਂਕ ਯੂ ਜੀ। ਪੜੀ ਸਾਹਿਬ ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਤੇ ਸ਼ਾਮ ਦੇ ਪ੍ਰੋਗਰਾਮ ਤੇ ਮੁਲਾਕਾਤਾਂ ਹੋਣਗੀਆਂ ਜੀ। ਬਹੁਤ ਬਹੁਤ ਥੈਂਕ ਯੂ ਜੀ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।